ਸਿੱਧੂ ਨੇ ਆਪਣੇ ਪੈਰ ਤੇ ਆਪ ਕੁਲਾੜੀ ਮਾਰੀ ਤੇ ਜੇ ਵਿੱਕੀ ਜਿਉਂਦਾ ਹੁੰਦਾ ਤਾਂ ਇਦਾਂ ਤਾਂ ਇਸ ਦਾ ਕੰਮ ਨਹੀਂ ਹੁੰਦਾ ਸੀ। ਕਰਨ ਔਜਲੇ ਦੇ ਘਰ ਗੋਲੀਆਂ ਵੀ ਇਸ ਦੇ ਕਹਿਣ ਤੇ ਚਲਵਾਈਆਂ ਗਈਆਂ। ਅਫਸਾਨਾ ਖਾਨ ਆਰਨੇ ਦੀ ਭੂਆ ਦਾ ਮੁੰਡਾ। ਜਿਹੜੇ ਮਸਲੇ ਨਿਬੜਨ ਵਾਲੇ ਸੀ ਉਹ ਨਿਬੇੜੇ ਵੀ ਹਨ। ਬਿੰਦੇ ਨੇ ਕਾਨਫਰੰਸ ਦੇ ਵਿੱਚ ਰਾਜੀਨਾਮਾ ਵੀ ਕਰਵਾਇਆ ਸੀ। ਕੇਕੜਾ ਤਾਂ ਸਾਨੂੰ ਜਾਣਦਾ ਵੀ ਨਹੀਂ ਸੀ। ਮੇਰੀ ਕਿਸੇ ਮੁੰਡੇ ਨਾਲ ਗੱਲ ਹੁੰਦੀ ਸੀ ਤੇ ਕੇਕੜਾ ਉਸ ਦਾ ਦੋਸਤ ਸੀ। ਲਾਰੈਂਸ ਸਾਡਾ ਭਰਾ ਹੈ। ਸਿੱਧੂ ਦੇ ਨਾਲ ਇੱਕ ਮੁੰਡਾ ਪੜ੍ਹਦਾ ਸੀ ਯੂਨੀਵਰਸਿਟੀ ਵਿੱਚ, ਉਸ ਦਾ ਕਾਲਜ ਮੇਟ ਸੀ। ਉਹ ਮੁੰਡਾ ਇਹਦੇ ਹੱਥੋਂ ਇਸ ਦੇ ਪਿਸਤੌਲ ਤੋਂ ਗੋਲੀ ਲੱਗਣ ਕਾਰਨ ਮਰਿਆ ਸੀ। ਇਸ ਦੇ ਨਾਲ ਦੇ ਬੰਦਿਆਂ ਕੋਲ ਵੀ ਹਥਿਆਰ ਸੀ, ਪਰ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ। ਅਸੀਂ ਕਿਸੇ ਦੇ ਨਜਾਇਜ਼ ਪੁੱਤ ਨਹੀਂ ਮਾਰਨੇ। ਪਰ ਸਿੱਧੂ ਹੰਕਿਆਰੇ ਹੀ ਬਹੁਤ ਪਿਆ ਸੀ। ਇਸ ਦੇ ਘਰਦਿਆਂ ਨੂੰ ਪਤਾ ਸੀ। ਉਸ ਦਿਨ ਰੋਂਦੇ ਸੀ ਕਿ ਸਾਡਾ ਮੁੰਡਾ ਨਿਰਦੋਸ਼ ਸੀ। ਇਸ ਦੇ ਘਰਦਿਆਂ ਨੂੰ ਕਹੋ ਕਿ ਗੁਰਦੁਆਰੇ ਖੜ ਕੇ ਖਾ ਲੈਣ ਸੋ। ਸਿੱਧੂ ਮੂਸੇਵਾਲੇ ਦਾ ਕਤਲ ਤਾਂ ਹੋ ਗਿਆ, ਲੇਕਿਨ ਇਸ ਕਤਲ ਦੇ ਵਿੱਚ ਹੁਣ ਨਾਮ ਜੁੜਦੇ ਪਏ ਆ ਬਾਲੀਵੁੱਡ ਇੰਡਸਟਰੀ ਦੇ ਉਹਨਾਂ ਸੈਲੈਬ੍ਰਿਟੀਜ਼ ਦੇ ਜਿਨ੍ਹਾਂ ਦੇ ਨਾਲ ਸਿੱਧੂ ਦਾ ਉੱਠਣਾ ਬੈਠਣਾ ਸੀ। ਅਫਸਾਨਾ ਖਾਨ ਆਰਨੇ ਦੀ ਭੂਆ ਦਾ ਮੁੰਡਾ ਤੇ ਮੁਖਤਾਰ ਅੰਸਾਰੀ ਦਾ ਸਿੱਧੂ ਨੂੰ ਥਾਪੀ ਮਾਰ ਕੇ ਇਹ ਕਹਿਣਾ ਕਿ ਤੈਨੂੰ ਪੰਜਾਬ ਦਾ ਡਿੰਪੀ ਚੰਦ ਭਾਣ ਬਣਾ ਦਿਆਂਗੇ। ਰਾਜਾ ਵੜਿੰਗ ਤੇ ਉਹਨਾਂ ਦੇ ਨਾਲ ਉਹਨਾਂ ਦੇ ਖਾਸ ਬਾਬਾ ਸੰਧੂ ਦਾ ਜ਼ਿਕਰ ਕਿਉਂ ਹੁੰਦਾ ਪਿਆ? ਗੋਲਡੀ ਬਰਾੜ ਜਿਸ ਨੇ 29 ਤਰੀਕ ਨੂੰ ਸਿੱਧੂ ਦਾ ਕਤਲ ਕਰਨ ਤੋਂ ਬਾਅਦ ਇਸ ਚੀਜ਼ ਦੀ ਜ਼ਿੰਮੇਵਾਰੀ ਇੱਕ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨੂੰ ਫੋਨ ਕਰਕੇ ਚੁੱਕੀ ਸੀ ਕਿ ਹਾਂ ਸਿੱਧੂ ਨੂੰ ਮਾਰਨ ਪਿੱਛੇ ਉਸ ਦਾ ਹੱਥ ਹੈ। ਉਸੇ ਗੋਲਡੀ ਬਰਾੜ ਨੇ ਦੁਬਾਰਾ ਤਕਰੀਬਨ 1 ਘੰਟੇ ਦੀ ਇੰਟਰਵਿਊ ਦੇ ਵਿੱਚ ਤਮਾਮ ਉਹਨਾਂ ਗੱਲਾਂ ਤੋਂ ਪਰਦਾ ਚੁੱਕਿਆ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ। ਗੋਲਡੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਬਹੁਤ ਸਾਰੇ ਲੋਕ ਵੀ ਜਾਣਨਾ ਚਾਹੁੰਦੇ ਹਨ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਮਕਸਦ ਸੀ? ਕਿਉਂਕਿ ਸੁਪਾਰੀ ਕਿਲਿੰਗ ਹੈ। ਮਿਊਜ਼ਿਕ ਇੰਡਸਟਰੀ ਦੇ ਵਿੱਚ ਚਲਦੀ ਮੁਕਾਬਲੇਬਾਜ਼ੀ ਦੇ ਕਰਕੇ ਗੈਂਗਸਟਰਾਂ ਦਾ ਸਾਥ ਲੈ ਕੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਇਸਤੇਮਾਲ ਕਰਕੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ ਰਿਤੇਸ਼ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਰਿਤੇਸ਼ ਜੀ, ਇਸ ਤਰ੍ਹਾਂ ਕਿ ਇਸੇ ਗੱਲ ਕਰਕੇ ਉਸ ਦਿਨ ਵੀ ਮੈਂ ਤੁਹਾਨੂੰ ਫੋਨ ਕਰਕੇ ਦੱਸਿਆ ਸੀ ਕਿ ਇਹ ਕੰਮ ਅਸੀਂ ਕੀਤਾ ਹੈ ਕਿਉਂਕਿ ਸਾਨੂੰ ਸੀ ਕਿ ਨਜਾਇਜ਼ ਕਿਸੇ ਦਾ ਨੁਕਸਾਨ ਨਾ ਹੋਵੇ, ਨਜਾਇਜ਼ ਪੁਲਿਸ ਕਿਸੇ ਨੂੰ ਤੰਗ ਨਾ ਕਰੇ ਕਿ ਕਿਸ ਨੇ ਕਤਲ ਕੀਤਾ ਹੈ। ਇਹ ਸਾਡੀ ਖੁੰਦਕ ਸੀ, ਸਾਡੀ ਆਪਸੀ ਰੰਜਿਸ਼ ਸੀ, ਇਸ ਕਰਕੇ ਕੀਤਾ ਸੀ ਅਸੀਂ ਕੰਮ। ਸਾਡੇ ਤੋਂ ਕਿਸੇ ਨੇ ਇਹ ਕੰਮ ਨਹੀਂ ਕਰਵਾਇਆ ਤੇ ਜੇ ਇਹ ਗੱਲ ਕਦੇ ਜ਼ਿੰਦਗੀ 'ਚ ਸਾਹਮਣੇ ਆ ਜਾਵੇ ਤਾਂ ਅਸੀਂ ਦੇਣਦਾਰ ਹੋਵਾਂਗੇ ਕਿਉਂਕਿ ਇਹ ਗੱਲਾਂ ਕਦੇ ਲੁਕੀਆਂ ਨਹੀਂ ਰਹਿੰਦੀਆਂ। ਭਾਵੇਂ ਦੁਨੀਆ ਦਾ ਜਿੰਨਾ ਮਰਜ਼ੀ ਵੱਡਾ ਸਟਾਰ ਸੀ, ਦੁਨੀਆ ਦਾ ਛੋਟੀ ਦਾ ਸਟਾਰ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਬਹੁਤ ਵਧੀਆ ਗਾਉਂਦਾ ਸੀ, ਬਹੁਤ ਵਧੀਆ ਲਿਖਦਾ ਸੀ, ਪਰ ਕੁਝ ਗਲਤੀਆਂ ਕਰ ਬੈਠਾ। ਅਸੀਂ ਕਿਸੇ ਦੇ ਕਹਿਣ 'ਤੇ ਕੁਝ ਨਹੀਂ ਕੀਤਾ। ਆ ਜਿਹੜੀਆਂ ਵੀ ਗੱਲਾਂ ਮੈਂ ਫੋਨ 'ਤੇ ਤੁਹਾਡੇ ਨਾਲ ਕਰ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੂੰਹੋਂ ਕੱਢਾਂਗਾ। ਕੋਈ ਝੂਠੀ ਗੱਲ ਨਹੀਂ ਕਰਾਂਗਾ ਜੀ। ਜੋ ਵੀ ਗੱਲ ਕਰਾਂਗਾ ਉਸ ਦਾ ਦੇਣਦਾਰ ਹੋਵਾਂਗਾ। ਗੱਲ ਤਰਕ ਦੇ ਆਧਾਰ 'ਤੇ ਕਰਾਂਗਾ। ਜਿਹੜੇ ਬੰਦੇ ਸਾਨੂੰ 10 ਜਾਂ 5 ਮਿੰਟ ਮਿਲੇ ਹਨ ਉਹਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਕਿੰਨੀ ਹਲਕੀ ਗੱਲ ਕਰ ਰਿਹਾ। ਅਸੀਂ ਰਿਤੇਸ਼ ਜੀ ਹਵਾ 'ਚ ਗੱਲ ਨਹੀਂ ਕਰ ਰਹੇ, ਸਾਡੇ ਕੋਲ ਕਾਰਨ ਹਨ। ਸਿੱਧੂ ਨੇ ਕੁਝ ਗਲਤੀਆਂ ਕੀਤੀਆਂ, ਇਸੇ ਕਰਕੇ ਅਸੀਂ ਕਹਿ ਰਹੇ ਹਾਂ। ਅਸੀਂ ਇਹਨੂੰ ਮਾਰਨ ਤੋਂ ਪਹਿਲਾਂ ਵੀ ਇਹ ਗੱਲ ਕਹੀ ਸੀ, ਤੁਹਾਨੂੰ ਵੀ ਮੈਂ ਕਿਹਾ ਸੀ ਕਿ ਰਿਤੇਸ਼ ਜੀ ਤੁਸੀਂ ਇਹਨਾਂ ਗੱਲਾਂ 'ਤੇ ਗੌਰ ਕਰੋ। ਜਿਹੜਾ ਪੁਲਿਸ ਦੀ ਜਾਂਚ 'ਚ ਇਸ ਦਾ ਨਾਮ ਆਇਆ, ਇਹ ਕੰਮ ਸੱਚੀ ਉਸਨੇ ਕੀਤਾ। ਉਸਨੇ ਗਲਤੀ ਕੀਤੀ, ਅਸੀਂ ਇਸ ਨੂੰ ਸਜ਼ਾ ਦੇ ਦਿੱਤੀ। ਗੋਲਡੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਨੂੰ ਵਿੱਕੀ ਮਿੱਡੂ ਖੇੜਾ ਦੇ ਨਾਲ ਸਿੱਧੇ ਤੌਰ 'ਤੇ ਲਿੰਕ ਕਿਵੇਂ ਕੀਤਾ ਜਾ ਸਕਦਾ ਹੈ? ਇੱਕ ਮੈਨੇਜਰ ਸੀ, ਉਹ ਵੀ ਕਥਿਤ ਮੈਨੇਜਰ ਸੀ, ਸ਼ਗਨਪ੍ਰੀਤ। ਸ਼ਗਨਪ੍ਰੀਤ ਦੀ ਮੌਜੂਦਗੀ ਵਿੱਕੀ ਮਿੱਡੂ ਖੇੜਾ ਕਤਲ ਕਾਂਡ ਵਿੱਚ ਇੱਕ ਇੰਟੈਲੀਜੈਂਸ ਦੀ ਇਨਪੁਟ ਸੀ ਜੋ ਕਿ ਦਿੱਲੀ ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਗਈ। ਉਸ ਇਨਪੁਟ ਦੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸਾਂਝਾ ਹੋਣ ਤੋਂ ਬਾਅਦ ਤਕਰੀਬਨ 60 ਦਿਨਾਂ ਦੇ ਵਿੱਚ ਸਿੱਧੂ ਦਾ ਕਤਲ ਕਰ ਦਿੱਤਾ ਗਿਆ। ਇਹਦੀ ਕੀ ਜਸਟੀਫਿਕੇਸ਼ਨ ਹੈ? ਰਿਤੇਸ਼ ਜੀ, ਇਹ ਕੋਈ ਇਕੱਲਾ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਨਹੀਂ। ਨਾਲੇ ਜਿਹੜਾ ਬੰਦਾ ਤੁਸੀਂ ਕਹਿ ਰਹੇ ਹੋ ਉਹ ਬੰਦਾ ਦੁਬਈ ਦੇ ਅਖੀਰਲੇ ਸ਼ੋਅ ਵਿੱਚ ਇਸ ਦੇ ਨਾਲ ਗਿਆ। ਜਿਹੜੇ ਬੰਦੇ ਨੂੰ ਸੁਪਰਸਟਾਰ ਆਪਣੇ ਨਾਲ ਰੱਖੂਗਾ ਉਹ ਉਸ ਨੂੰ ਇੰਟਰਨੈਸ਼ਨਲ ਟੂਰ 'ਤੇ ਨਾਲ ਲੈ ਕੇ ਜਾਵੇਗਾ, ਤਾਂ ਹੀ ਲੈ ਕੇ ਜਾਵੇਗਾ ਜੇ ਉਹ ਉਸ ਦਾ ਖਾਸ ਹੋਵੇਗਾ। ਇੱਦਾਂ ਨਹੀਂ ਕੋਈ ਕਿਸੇ ਨੂੰ ਨਾਲ ਲੈ ਕੇ ਜਾਂਦਾ। ਜਿਸ ਦੇ ਨਾਲ ਇੱਕੋ ਹੋਟਲ 'ਚ ਰਹਿ ਰਿਹਾ, ਇਕੱਠੇ ਖਾ ਪੀ ਰਹੇ ਹਨ, ਉਹ ਖਾਸ ਸੀ। ਅਤੇ ਤਾਂ ਹੀ ਕੇਵਲ ਇੱਕ ਕਾਰਨ ਨਹੀਂ ਹੈ, ਮੈਂ ਤੁਹਾਨੂੰ ਪਤਾ ਨਹੀਂ ਕਿੰਨੇ ਕਾਰਨ ਅਤੇ ਚੀਜ਼ਾਂ ਦੱਸ ਸਕਦਾ। ਗੋਲਡੀ, ਮੇਰੀ ਸਮਝ ਦੇ ਵਿੱਚ ਇਹ ਨਹੀਂ ਆ ਰਿਹਾ ਕਿ ਤੁਸੀਂ ਵਿੱਕੀ ਮਿੱਡੂ ਖੇੜਾ ਦੇ ਕਤਲ ਕਾਂਡ ਨੂੰ ਕਿਸ ਤਰ੍ਹਾਂ ਲਿੰਕ ਕਰ ਰਹੇ ਹੋ, ਕਿਉਂਕਿ ਅਗਰ ਉਸ ਦੇ ਲਈ ਸ਼ਗਨਪ੍ਰੀਤ ਦੀ ਕੋਈ ਭੂਮਿਕਾ ਸੀ ਤਾਂ ਫਿਰ ਸਿੱਧੂ ਮੂਸੇਵਾਲਾ ਨੇ ਸ਼ਗਨਪ੍ਰੀਤ ਨੂੰ ਕੋਈ ਇਸ਼ਾਰਾ ਕੀਤਾ ਸੀ। ਇਸ ਗੱਲ ਨੂੰ ਕਿਸ ਤਰ੍ਹਾਂ ਸਾਬਤ ਕੀਤਾ ਜਾ ਸਕਦਾ ਹੈ ਕਿ ਤੁਸੀਂ ਸਿਰਫ ਸ਼ੱਕ ਦੇ ਆਧਾਰ 'ਤੇ ਸਿੱਧੂ ਦਾ ਕਤਲ ਕਰ ਦਿੱਤਾ? ਰਿਤੇਸ਼ ਜੀ, ਗੱਲ ਸਿਰਫ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ ਨਹੀਂ ਹੈ। ਜਿਹੜੇ ਇਹਦੇ ਨਿੱਕੇ ਨਿੱਕੇ ਰੌਲਿਆਂ ਦੇ ਵਿੱਚ ਉਹ ਬੰਦੇ ਜਿਹੜੇ ਸ਼ਰੇਆਮ ਜ਼ਿੰਮੇਵਾਰੀਆਂ ਲੈਂਦੇ ਨੇ ਸਾਡੇ ਭਰਾਵਾਂ ਦੇ ਕਤਲਾਂ ਦੀਆਂ, ਉਹ ਬੰਦੇ ਸਿੱਧੂ ਦੇ ਨਿੱਕੇ ਨਿੱਕੇ ਰੌਲਿਆਂ ਵਿੱਚ ਸ਼ਾਮਲ ਸਨ। ਜਿਹੜੇ ਬੰਦੇ ਨੇ ਸਿੱਧੂ ਨੂੰ ਲਾਂਚ ਕੀਤਾ ਸੀ,
ਕੋਈ ਜੋਤੀ ਨਾਮ ਦਾ ਬੰਦਾ ਸੀ ਜਿਸ ਨੇ ਸਿੱਧੂ ਦੇ ਪਹਿਲੇ ਗੀਤ 'ਤੇ ਪੈਸੇ ਲਗਾਏ ਸੀ, ਜਿਸ ਨੇ ਇਹਨੂੰ ਪੈਰਾਂ 'ਤੇ ਖੜਾ ਕੀਤਾ ਸੀ। ਜਦੋਂ ਇਸ ਦੇ 4 ਗਾਣੇ ਚੱਲ ਪਏ, ਇਹਨੇ ਉਹਦੇ ਨਾਲ ਰੌਲਾ ਪਾ ਲਿਆ ਕਿ ਮੈਂ ਆਪਣਾ ਕੰਮ ਆਪ ਕਰਨਾ ਹੈ। ਉਸ ਸਮੇਂ ਸਾਡੇ ਐਂਟੀ ਗੈਂਗ ਵਾਲਿਆਂ ਨੇ ਇਹਦੀ ਮਦਦ ਕਰਕੇ ਇਸ ਦਾ ਕੰਟਰੈਕਟ ਕਰਵਾਇਆ। ਕਰਨ ਔਜਲੇ ਦੇ ਘਰ ਗੋਲੀਆਂ ਵੀ ਇਸ ਦੇ ਕਹਿਣ 'ਤੇ ਚਲਵਾਈਆਂ ਗਈਆਂ। ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲੇ ਦੇ ਘਰ ਗੋਲੀਆਂ ਕਿਸ ਨੇ ਚਲਵਾਈਆਂ। ਨਾਲੇ ਜਿਵੇਂ ਲੋਕ ਕਹਿ ਰਹੇ ਹਨ ਕਿ ਉਹ ਬਹੁਤ ਅਣਖੀ ਸੀ ਤੇ ਮਾੜੇ ਬੰਦਿਆਂ ਦੇ ਖਿਲਾਫ ਖੜਾ ਸੀ, ਤਾਂ ਕਰਕੇ ਮਾਰ ਦਿੱਤਾ। ਅਜਿਹੀ ਕੋਈ ਗੱਲ ਨਹੀਂ ਸੀ। ਸਾਡੇ ਨਾਲ ਵੀ ਉਸ ਦੀ ਬਣਦੀ ਰਹੀ ਹੈ। ਲਾਰੈਂਸ ਵੀਰ ਨੂੰ ਸਿੱਧੂ ਸਵੇਰੇ ਸ਼ਾਮ ਗੁੱਡ ਮਾਰਨਿੰਗ ਵੀਰ, ਗੁੱਡ ਨਾਈਟ 'ਤੇ ਮੈਸੇਜ ਕਰਦਾ ਸੀ। ਸਾਡੇ ਕੋਲੋਂ ਸਿੱਧੂ ਜਿਹੜੀਆਂ ਚੀਜ਼ਾਂ ਚਾਹੁੰਦਾ ਸੀ ਉਹ ਅਸੀਂ ਕਰ ਨਹੀਂ ਸਕੇ। ਉਸਨੇ ਸਾਨੂੰ ਵੀ ਕਿਹਾ ਸੀ ਕਿ ਕਰਨ ਔਜਲੇ 'ਤੇ ਦਬਾਅ ਪਾਓ। ਸਾਡੇ ਮੋਢੇ 'ਤੇ ਰੱਖ ਕੇ ਚਲਾਉਣਾ ਹੀ ਚਾਹੁੰਦਾ ਸੀ, ਕਿਉਂਕਿ ਸਿੱਧਾ ਕਿਸੇ ਨਾਲ ਲੜ ਨਹੀਂ ਸੀ ਸਕਦਾ। ਤਾਂ ਸਾਨੂੰ ਕਹਿੰਦਾ ਸੀ ਕਿ ਤੁਸੀਂ ਤੰਗ ਕਰੋ, ਪਰ ਅਸੀਂ ਉਹ ਚੀਜ਼ਾਂ ਨਹੀਂ ਸੀ ਕਰ ਸਕਦੇ। ਸਾਨੂੰ ਪਤਾ ਸੀ ਕਿ ਸਾਡੇ ਨਾਲ ਵੀ ਗੱਲਬਾਤ ਕਰਦਾ ਸੀ ਤੇ ਸਾਡੇ ਐਂਟੀਆਂ ਨਾਲ ਵੀ ਗੱਲ ਕਰਦਾ ਸੀ। ਜਿਵੇਂ ਕੁਝ ਬੰਦਿਆਂ ਦੀ ਆਦਤ ਹੁੰਦੀ ਹੈ ਹਰ ਪਾਸੇ ਮੂੰਹ ਮਾਰਨ ਦੀ, ਤੇ ਇਹਦੀ ਵੀ ਆਦਤ ਸੀ। ਸਾਡੇ ਨਾਲ ਵੀ ਉਸ ਦੀ ਬਹੁਤ ਵਧੀਆ ਬਣਦੀ ਰਹੀ ਹੈ, ਪਰ ਇਹ ਕੁਝ ਚੀਜ਼ਾਂ ਚਾਹੁੰਦਾ ਸੀ ਜੋ ਅਸੀਂ ਨਹੀਂ ਕੀਤੀਆਂ, ਪਰ ਸਾਡੇ ਐਂਟੀਆਂ ਨੇ ਕਰ ਦਿੱਤੀਆਂ। ਬਸ ਫਿਰ ਇਹ ਸਾਡੇ ਵਿਰੁੱਧ ਹੋ ਗਿਆ। ਰਤੇਸ਼ ਜੀ, 4-5 ਬੰਦੇ ਮੈਂ ਤੁਹਾਨੂੰ ਅਜਿਹੇ ਦੱਸ ਦਿੰਦਾ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਸਾਡੇ ਵੀ ਸੂਤਰ ਹਨ। ਜੇ ਮੈਂ ਤੁਹਾਡੇ ਚੈਨਲ 'ਤੇ ਕੋਈ ਗੱਲ ਕਰ ਰਿਹਾ ਤਾਂ ਮੈਂ ਦੇਣਦਾਰ ਹਾਂ ਉਸ ਚੀਜ਼ ਦਾ। ਮੈਂ ਐਵੇਂ ਕੋਈ ਝੂਠ ਨਹੀਂ ਕਹਿ ਰਿਹਾ। ਜੋ ਗੱਲਾਂ ਕਹਿ ਰਿਹਾ ਤੇ ਤੁਸੀਂ ਹੀ ਉਹਨਾਂ ਗੱਲਾਂ ਦੀ ਜੇ ਜਾਂਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਗੱਲਾਂ ਦਾ ਆਧਾਰ ਕੀ ਹੈ। ਜਸਵਿੰਦਰ ਚਹਿਲ ਜਿਹੜਾ ਮਾਨਸੇ ਤੋਂ ਸਿੱਧੂ ਦੇ ਉਲਟ ਟਿਕਟ ਮੰਗਦਾ ਸੀ, ਸਿੱਧੂ ਦੇ ਨਾਲ ਉਸ ਦੀ ਬਿਆਨਬਾਜ਼ੀ ਵੀ ਹੁੰਦੀ ਰਹੀ, ਉਹ ਵੀ ਕਾਂਗਰਸ ਦਾ ਹੀ ਸੀ। ਉਸ ਨੂੰ ਸ਼ਰੇਆਮ ਸਾਡੇ ਐਂਟੀ ਗੈਂਗ ਸਿਫਾਰਿਸ਼ ਕਰਦੇ ਰਹੇ ਹਨ ਕਿ ਸਿੱਧੂ ਸਾਡਾ ਭਰਾ ਹੈ, ਤੂੰ ਉਹਦੇ ਖਿਲਾਫ ਚੱਲਿਆ ਤਾਂ ਤੈਨੂੰ ਮਾਰ ਦਿਆਂਗੇ। ਜਿਹੜੇ ਬਠਿੰਡੇ ਦੇ ਕਤਲ ਹੋਏ ਹਨ, ਬਠਿੰਡੇ ਮਨਪ੍ਰੀਤ ਛੈਲਾ, ਮਨਪ੍ਰੀਤ ਵਿੱਕੀ, 2 ਬੰਦੇ ਮਾਰੇ ਸੀ ਜਿਹੜੇ ਭੋਗ ਦੇ ਸਮਾਗਮ 'ਤੇ ਮਾਰੇ ਸੀ, ਜੋ ਕਿ ਸ਼ਾਇਦ ਕੁਲਵੀਰ ਨਰਵਾਣਾ ਦੇ ਗੈਂਗ 'ਤੇ ਸੀ। ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਵੀ ਅਪੀਲ ਕਰਾਂਗਾ ਕਿ ਜਿਹੜੀਆਂ ਤੁਸੀਂ ਗੈਂਗਸਟਰਾਂ ਖਿਲਾਫ ਕਾਰਵਾਈ ਕਰਨੀ ਹੈ ਉਹ ਤਾਂ ਕਰਨੀ ਹੀ ਹੈ। ਸਾਡੀ ਜਿਹੜੀ ਗਲਤੀ ਹੈ ਸਾਨੂੰ ਉਸ ਦੀ ਸਜ਼ਾ ਦਿਓ, ਪਰ ਜਾਂਚ ਇਹਨਾਂ ਗੱਲਾਂ ਦੀ ਵੀ ਹੋਣੀ ਚਾਹੀਦੀ ਹੈ। ਕੁਲਵੀਰ ਨਰਵਾਣੇ ਨਾਲ ਸਿੱਧੂ ਦੀ ਦੁਸ਼ਮਣੀ ਚੱਲ ਪਈ ਸੀ। ਜਦੋਂ ਪਹਿਲਾ ਹਮਲਾ ਹੋਇਆ, ਜਦੋਂ ਉਸ ਦੀ ਗੱਡੀ 'ਤੇ ਗੋਲੀਆਂ ਮਾਰੀਆਂ ਸੀ, ਪਰ ਉਹ ਬਚ ਗਿਆ ਸੀ। ਉਸ ਤੋਂ 2 ਦਿਨ ਪਹਿਲਾਂ ਉਹ ਫੇਸਬੁੱਕ 'ਤੇ ਲਾਈਵ ਹੋ ਕੇ ਸਿੱਧੂ ਲਈ ਬੋਲਿਆ ਸੀ ਤੇ ਸਿੱਧੂ ਨੇ ਉਸ ਉੱਤੇ ਹਮਲਾ ਕਰਵਾਇਆ, ਪਰ ਉਹ ਬਚ ਗਿਆ। ਪਰ ਬਾਅਦ ਵਿੱਚ ਕੁਲਵੀਰ ਦੀ ਸਾਡੇ ਨਾਲ ਵੀ ਨਹੀਂ ਸੀ ਬਣਦੀ। ਉਹ ਇੱਕ ਤੀਜੀ ਧਿਰ ਸੀ ਜਿਸ ਨੇ ਨਰਵਾਣੇ ਨੂੰ ਮਾਰਿਆ। ਉਹ ਸਾਡਾ ਭਰਾ ਸੀ, ਪਰ ਸਿੱਧੂ ਦੇ ਕਹਿਣ 'ਤੇ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜਿਹੜੇ ਮੁੰਡੇ ਇਹਨਾਂ ਨੇ ਬਠਿੰਡੇ ਮਾਰੇ ਹਨ, ਉਹ ਜਸਵਿੰਦਰ ਚਹਿਲ ਨੂੰ ਡਰਾਉਣ ਨੂੰ ਮਾਰੇ ਸੀ। ਇਹ ਸਿੱਧਾ ਜਸਵਿੰਦਰ ਨੂੰ ਨਹੀਂ ਸੀ ਮਾਰ ਸਕਦਾ ਕਿਉਂਕਿ ਇਸ ਦਾ ਨਾਮ ਆਉਣਾ ਸੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਜਿਹੜੇ 2 ਮੁੰਡੇ ਮਨਪ੍ਰੀਤ ਛੈਲਾ ਤੇ ਮਨਪ੍ਰੀਤ ਵਿੱਕੀ ਮਾਰੇ ਜਾਂਦੇ ਨੇ, ਇਹਨਾਂ ਨੂੰ ਮਾਰਨ ਵਾਲੇ ਤਾਂ ਲਾਰੈਂਸ ਗੈਂਗ ਦੇ ਹੀ ਬੰਦੇ ਸੀ? ਉਹ ਸਾਡੇ ਬੰਦੇ ਨਹੀਂ ਸੀ। ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਜਿਹੜੇ ਸ਼ੂਟਰ ਸੀ ਉਹਨਾਂ ਨੇ ਮਾਰੇ ਸੀ। ਰਤੇਸ਼ ਜੀ, ਉਹ 10 ਸਾਲਾਂ ਦਾ ਭਗੌੜਾ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਾ ਸੀ। ਇੰਨੀ ਕਰੜੀ ਸੁਰੱਖਿਆ ਵਿੱਚ ਆਪਣਾ ਪੁਰਾਣਾ ਬੰਦਾ ਭੇਜ ਕੇ ਕਿਉਂ ਕੰਮ ਕਰਵਾਉਣਾ? ਸਿਰਫ ਜਸਵਿੰਦਰ ਨੂੰ ਡਰਾਉਣ ਲਈ ਇਹਨਾਂ ਨੇ ਉਹ ਬੰਦੇ ਮਾਰੇ ਹਨ। ਇਸ ਦੀ ਜਾਂਚ ਕੀਤੀ ਜਾਵੇ। ਸਿੱਧੂ ਦੇ ਨਾਲ ਇੱਕ ਮੁੰਡਾ ਪੜ੍ਹਦਾ ਸੀ ਯੂਨੀਵਰਸਿਟੀ ਵਿੱਚ, ਉਸ ਦਾ ਕਾਲਜਮੇਟ ਸੀ। ਉਹ ਮੁੰਡਾ ਇਹਦੇ ਹੱਥੋਂ ਇਸ ਦੇ ਪਿਸਤੌਲ ਤੋਂ ਗੋਲੀ ਲੱਗਣ ਕਾਰਨ ਮਰਿਆ ਸੀ। ਉਹ ਜਿਹੜਾ ਕੇਸ ਸੀ ਉਹ ਭਾਗੋ ਮਾਜਰਾ ਦੇ ਮੁੰਡਿਆਂ ਨੇ, ਜਿਸ ਦਾ ਪਹਿਲਾਂ ਵੀ ਜ਼ਿਕਰ ਚੱਲ ਰਿਹਾ ਕਿ ਭਾਗੋ ਮਾਜਰਾ ਦੇ ਮੁੰਡਿਆਂ ਨੇ ਉਹ ਕੇਸ ਆਪਣੇ ਸਿਰ ਲਿਆ। ਉਸ ਕੇਸ ਦੀ ਵੀ ਜਾਂਚ ਕੀਤੀ ਜਾਵੇ। ਉਹ ਮੁੰਡਾ ਵੀ ਸਿੱਧੂ ਦੇ ਹੱਥੋਂ ਮਰਿਆ ਸੀ। ਸਿੱਧੂ ਹੰਕਾਰ ਦੇ ਵਿੱਚ ਰੱਬ ਨੂੰ ਭੁੱਲ ਗਿਆ ਸੀ। ਤੁਸੀਂ ਲੁਧਿਆਣੇ ਕਤਲ ਬਾਰੇ ਜੋ ਕਹਿ ਰਹੇ ਹੋ ਕਿ ਭਾਗੋ ਮਾਜਰਾ ਦੇ ਮੁੰਡਿਆਂ ਨੇ ਆਪਣੇ ਸਿਰ ਲਿਆ ਸੀ, ਉਹ ਕੀ ਮਾਮਲਾ ਸੀ? ਉਹ ਕਿਹੜਾ ਮੁੰਡਾ ਸੀ ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਿੱਧੂ ਹੱਥੋਂ ਉਹ ਕਤਲ ਹੋਇਆ ਸੀ? ਸਿੱਧੂ ਨੇ ਨਵਾਂ ਪਿਸਤੌਲ ਲਿਆ ਸੀ। ਪਿਸਤੌਲ ਦੇਖਦੇ ਹੋਏ ਗੋਲੀ ਚੱਲ ਗਈ ਤੇ ਇਹਦੇ ਹੱਥੋਂ ਉਸ ਦਾ ਹੀ ਆਪਣਾ ਦੋਸਤ ਮਰ ਗਿਆ। ਫਿਰ ਸਿੱਧੂ ਨੇ ਆਪਣੇ ਐਂਟੀ ਗੈਂਗ ਦੇ ਬੰਦਿਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਪਣਾ ਬੰਦਾ ਭੇਜ ਕੇ ਉਹ ਮਾਮਲਾ ਆਪਣੇ ਸਿਰ ਲੈ ਲਿਆ। ਰਤੇਸ਼ ਜੀ, ਇਸ ਦੀ ਕਾਂਗਰਸ ਵਿੱਚ ਰਾਜਾ ਵੜਿੰਗ ਤੇ ਚੰਨੀ ਦੇ ਨਾਲ ਬਹੁਤ ਨੇੜਤਾ ਸੀ। ਜਿਹੜੇ ਮੌਕੇ ਦੇ DIG ਸਾਹਿਬ ਜਾਂ DGP ਸਾਹਿਬ ਸੀ, ਉਹਨਾਂ ਦਾ ਮੁੰਡਾ ਪੁਲਕਿਤ ਇਹਦੇ ਨਾਲ ਹੁੰਦਾ ਸੀ ਹਰ ਸਮੇਂ। ਸਿੱਧੂ ਨੂੰ ਤਾਂ ਇੰਜ ਸੀ ਕਿ ਉਸ ਨੂੰ ਕੋਈ ਕੁਝ ਨਹੀਂ ਕਰ ਸਕਦਾ। ਇਸਨੇ ਬਹੁਤ ਸਾਰੇ ਆਪਣੇ ਅਪਰਾਧ ਪੁਲਿਸ ਨਾਲ ਹੱਥ ਮਿਲਾ ਕੇ ਤੇ ਰਾਜਨੀਤੀ ਦਾ ਸਹਾਰਾ ਲੈ ਕੇ ਲੁਕੋ ਲਏ ਸੀ। ਜੇ ਮੈਂ ਤੁਹਾਨੂੰ ਗੱਲਾਂ ਦੱਸਣ ਲੱਗ ਜਾਵਾਂ ਤਾਂ ਇਹ ਰਿਕਾਰਡਿੰਗ 2-3 ਘੰਟਿਆਂ ਦੀ ਬਣ ਜਾਵੇਗੀ। ਮੈਂ ਤੁਹਾਨੂੰ ਆਫ ਦਾ ਰਿਕਾਰਡ ਸਾਰੀਆਂ ਗੱਲਾਂ ਲਿਖ ਦੇਵਾਂਗਾ। ਗਾਇਕ ਆਰਨਿਤ ਦੀ ਭੂਆ ਦਾ ਮੁੰਡਾ ਵਿੱਕੀ ਮਿੱਡੂ ਖੇੜਾ ਦੇ ਸੂਤਰਾਂ ਨੂੰ ਆਪ ਰੋਟੀ ਦੇ ਕੇ ਆਇਆ। ਹੋਰ ਇਸ ਤੋਂ ਵੱਧ ਕੀ ਸੰਬੰਧ ਭਾਲਦੇ ਹੋ? ਅਸੀਂ ਜੇ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪਏ ਤਾਂ ਫਿਰ ਤਕੜਾ ਬੰਦਾ ਵੇਖ ਕੇ ਮੂੰਹ ਪਾਸੇ ਕਰਨ ਵਾਲੀ ਗੱਲ ਹੋਊਗੀ। ਵਿੱਕੀ ਮਿੱਡੂ ਖੇੜਾ ਦਾ ਕਤਲ ਹੁੰਦਾ ਅਗਸਤ 10, 2021 ਨੂੰ, ਅੱਜ ਤੋਂ ਤਕਰੀਬਨ 10-11 ਮਹੀਨੇ ਪਹਿਲਾਂ। ਉਸ ਤੋਂ ਬਾਅਦ ਜਾਂਚ ਪੜਤਾਲ ਹੁੰਦੀ ਹੈ, ਸ਼ੂਟਰ ਫੜੇ ਜਾਂਦੇ ਹਨ, ਪਰ ਅਪ੍ਰੈਲ ਦੇ ਮਹੀਨੇ ਵਿੱਚ ਪਹਿਲੀ ਲੀਡ ਮਿਲਦੀ ਹੈ ਜਦੋਂ ਦਿੱਲੀ ਪੁਲਿਸ ਇਨਪੁਟ ਸ਼ੇਅਰ ਕਰਦੀ ਹੈ ਜੋ ਸ਼ਗਨਪ੍ਰੀਤ ਦੇ ਬਾਰੇ ਸੀ। ਪਰ ਹੁਣ ਜਿਹੜੀ ਪੁਲਿਸ ਦੀ ਜਾਂਚ ਚੱਲ ਰਹੀ ਹੈ, ਉਹ ਕਹਿੰਦੇ ਨੇ ਕਿ ਸਿੱਧੂ ਦੀ ਰੇਕੀ ਸਤੰਬਰ 2021 ਤੋਂ ਸ਼ੁਰੂ ਹੋਈ ਤੇ ਜਨਵਰੀ ਤੋਂ ਬਾਅਦ ਰੇਕੀ ਤੇਜ਼ ਹੋ ਗਈ। ਤੁਸੀਂ ਕਹਿ ਰਹੇ ਹੋ ਕਿ ਵਿੱਕੀ ਮਿੱਡੂ ਖੇੜਾ ਮਾਮਲੇ ਦੇ ਵਿੱਚ ਪੁਲਿਸ ਨੇ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ, ਤਾਂ ਕਰਕੇ ਤੁਹਾਨੂੰ ਸਿੱਧੂ ਮੂਸੇਵਾਲਾ ਨੂੰ ਮਾਰਨਾ ਪਿਆ। ਪਰ ਤੁਸੀਂ ਤਾਂ ਸਤੰਬਰ ਜਾਂ ਜਨਵਰੀ ਤੋਂ ਰੇਕੀ ਕਰ ਰਹੇ ਸੀ। ਫਿਰ ਇਹ ਗੱਲ ਕਿਸ ਤਰ੍ਹਾਂ ਸਾਬਤ ਹੁੰਦੀ ਹੈ
ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਉਸ ਨੂੰ ਮਾਰਨਾ ਚਾਹੁੰਦੇ ਸੀ। ਰਤੇਸ਼ ਜੀ ਸਾਡੇ ਨਾਲ ਵੀ ਗੱਲਬਾਤ ਕਰਦਾ ਸੀ ਤੇ ਲੱਕੀ ਨਾਲ ਵੀ ਕਰਦਾ ਸੀ। ਕੁਝ ਅਜਿਹੀਆਂ ਗੱਲਾਂ ਹੋ ਗਈਆਂ ਕਿ ਇਹ ਉਹਨਾਂ ਦੇ ਜ਼ਿਆਦਾ ਨੇੜੇ ਹੋ ਗਿਆ ਤੇ ਸਾਡੇ ਉਲਟ ਚੱਲਣ ਲੱਗ ਪਿਆ। ਇਸ ਨੂੰ ਤਾਂ ਅਸੀਂ ਸਾਲ ਪਹਿਲਾਂ ਵੀ ਮਾਰ ਸਕਦੇ ਸੀ, ਪਰ ਉਸਨੇ ਕਾਨਫਰੰਸ ਤੇ ਕਾਲ ਲਗਾ ਕੇ ਤੇ ਰਿੰਦੇ ਨੂੰ ਵਿੱਚ ਪਾ ਕੇ ਰਾਜੀਨਾਮਾ ਕਰ ਲਿਆ ਸੀ। ਉਸਨੇ ਸਾਡੇ ਬੰਦੇ ਰਾਹੀਂ ਰਿੰਦੇ ਨਾਲ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਗੱਲ ਹੋ ਗਈ, ਉਹਨਾਂ ਨੂੰ ਮਾਫ ਕਰੋ, ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਹੁੰਦੀ, ਮੈਂ ਘਰਦਿਆਂ ਦਾ ਇਕੱਲਾ ਮੁੰਡਾ। ਹੋਲਡ ਕਰੋ ਗੋਲਡੀ, ਮੇਰੀ ਤੁਹਾਨੂੰ ਬੇਨਤੀ ਹੈ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਹੈ। ਮੈਂ ਤੇ ਤੁਸੀਂ ਇਸ ਸੰਸਾਰ ਦੇ ਵਿੱਚ ਹਾਂ। ਕੋਈ ਵੀ ਬੰਦਾ ਜੋ ਇਸ ਸੰਸਾਰ ਵਿੱਚ ਨਹੀਂ ਹੈ, ਆਪਾਂ ਉਸ ਬਾਰੇ ਕੋਈ ਗਲਤ ਗੱਲ ਨਹੀਂ ਕਹਿਣੀ ਤੇ ਨਾ ਹੀ ਸੁਣਨੀ ਹੈ। ਭਾਵੇਂ 4 ਗੱਲਾਂ ਨਾ ਦੱਸੋ ਅਤੇ ਜੋ ਗੱਲਾਂ ਦੱਸ ਰਹੇ ਹੋ ਉਹ ਝੂਠ ਨਾ ਹੋਣ। ਰਤੇਸ਼ ਜੀ ਮੈਂ ਜੇ ਝੂਠ ਕਹਿ ਰਿਹਾ ਹੋਵਾਂਗਾ ਤਾਂ ਮੈਂ ਦੇਣਦਾਰ ਹੋਵਾਂਗਾ, ਜਿੱਥੇ ਕਹੋਗੇ ਉਸ ਥਾਂ ਤੇ ਸਰੈਂਡਰ ਕਰ ਦੇਵਾਂਗਾ। ਅਸੀਂ ਆਪਣੇ ਮਰੇ ਹੋਏ ਭਰਾ ਦਾ ਨਾਮ ਆਪਣੀ ਮਸ਼ਹੂਰੀ ਲਈ ਨਹੀਂ ਵਰਤਾਂਗੇ। ਤੁਸੀਂ ਇਹ ਦੇਖੋ, ਜਿਹੜਾ ਬੰਦਾ ਇਸ ਨਾਲ ਖਾ ਪੀ ਰਿਹਾ, ਇਸ ਨਾਲ ਦੁਬਈ ਗਿਆ, ਉਸ ਦੇ 4 ਦਿਨ ਭਗੌੜੇ ਹੋਣ ਤੋਂ ਪਹਿਲਾਂ ਇਹ ਦੁਬਈ ਤੋਂ ਵਾਪਸ ਆਏ ਹਨ। ਉਹ ਬੰਦਾ ਉਹਨਾਂ ਬੰਦਿਆਂ ਨੂੰ ਚੰਡੀਗੜ੍ਹ ਫਲੈਟ ਦੇ ਵਿੱਚ ਲੈ ਕੇ ਆਇਆ ਜਿਸ ਨੇ ਵਿੱਕੀ ਮਿੱਡੂ ਖੇੜਾ ਵੀਰ 'ਤੇ ਗੋਲੀਆਂ ਮਾਰੀਆਂ। ਉਹਨਾਂ ਨੂੰ ਆਰਨੇ ਦੀ ਭੂਆ ਦਾ ਮੁੰਡਾ ਰੋਟੀ ਪਾਣੀ ਦੇ ਕੇ ਆਇਆ। ਅਗਲੇ ਦਿਨ ਸਵੇਰੇ ਉਹਨਾਂ ਨੇ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਨਾਮ ਸਾਹਮਣੇ ਆਇਆ ਤੇ ਇਹਨਾਂ ਨੇ ਉਸ ਨੂੰ ਆਸਟ੍ਰੇਲੀਆ ਭੇਜ ਦਿੱਤਾ। ਜੇ ਸੱਚੇ ਸੀ ਤਾਂ ਫਿਰ ਬਿਆਨ ਦਿੰਦੇ। ਸਿੱਧੂ ਵੱਡਾ ਬੰਦਾ ਸੀ, ਉਸ ਉੱਤੇ ਇਲਜ਼ਾਮ ਲੱਗ ਰਹੇ ਸੀ ਤੇ ਉਹ ਆਪਣੇ ਮੈਨੇਜਰ ਨੂੰ ਪੇਸ਼ ਨਹੀਂ ਸੀ ਕਰਵਾ ਸਕਦਾ ਕਿ ਚੱਲ ਮੈਨੇਜਰ ਤੇ ਤਾਂ ਪਰਚਾ ਪੈ ਜਾਊਗਾ ਅਤੇ ਘੱਟ ਤੋਂ ਘੱਟ ਸਿੱਧੂ ਦਾ ਨਾਮ ਤਾਂ ਕਲੀਅਰ ਹੋ ਜਾਵੇਗਾ। ਜਦੋਂ ਇਸ ਦਾ ਨਾਮ ਵਿੱਕੀ ਮਿੱਡੂ ਖੇੜਾ ਕਤਲ ਕੇਸ ਵਿੱਚ ਆਇਆ, ਉਸ ਦਿਨ ਇਸਨੇ ਰਾਤ ਨੂੰ ਟੈਟੂ ਕਰਵਾਇਆ ਤੇ ਲਿਖਵਾਇਆ ਕਿ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਮੈਂ ਉਸ ਦਾ ਕਿਰਦਾਰ ਸਮਝਾਉਣ ਲਈ ਤੁਹਾਨੂੰ ਉਸ ਦੀਆਂ ਗੱਲਾਂ ਦੱਸ ਰਿਹਾ, ਜਿਨ੍ਹਾਂ ਨਾਲ ਉਸ ਦੀ ਯਾਰੀ ਸੀ ਤੇ ਜਿਨ੍ਹਾਂ ਨਾਲ ਉਸ ਦੀ ਦੁਸ਼ਮਣੀ ਸੀ, ਮੈਂ ਉਸ ਬਾਰੇ ਦੱਸ ਰਿਹਾ। ਓਲਡ ਮੀਡੀਆ ਜਿਹੜੀ ਕੰਪਨੀ ਹੈ ਜੋ ਪੰਜਾਬੀ ਇੰਡਸਟਰੀ ਨੂੰ ਜਾਣਦੇ ਹਨ, ਸਭ ਨੂੰ ਪਤਾ ਕਿ ਓਲਡ ਮੀਡੀਆ ਇੱਕ ਕੰਪਨੀ ਹੈ। ਸਿੱਧੂ ਦੇ ਪਹਿਲੇ ਗਾਣੇ ਤੋਂ ਲੈ ਕੇ ਸਿੱਧੂ ਦੀ ਸਾਰੀ ਡਿਜੀਟਲ ਮਾਰਕੀਟਿੰਗ ਉਹਨਾਂ ਨੇ ਕੀਤੀ ਹੈ। 24 ਘੰਟੇ ਉਹ ਸਿੱਧੂ ਦੇ ਨਾਲ ਘੁੰਮਦੇ ਸੀ। ਸਿਰਫ ਕੰਮ ਤੱਕ ਦਾ ਹੀ ਲਿਹਾਜ਼ ਨਹੀਂ ਸੀ। ਮੁੰਡੇ ਦਾ ਨਾਮ ਅਰਸ਼ ਭੁੱਲਰ ਸੀ। ਪੁਲਿਸ ਨੇ ਵਿੱਕੀ ਮਿੱਡੂ ਖੇੜਾ ਵਾਲੇ ਕੇਸ ਦੇ ਵਿੱਚ ਮੁਲਜ਼ਮ ਕੀਤਾ। ਰਾਜਾ ਵੜਿੰਗ ਦੇ ਨਾਲ ਜਿਹੜਾ ਬੰਦਾ ਹੁੰਦਾ ਸੀ, ਬਾਬਾ ਸੰਧੂ ਜਾਂ ਬਾਬਾ ਸਿੱਧੂ, ਇਹਨਾਂ ਨੇ ਜਾ ਕੇ ਪੇਸ਼ ਕਰਵਾਏ। ਨਾਲ ਮਨਦੀਪ ਧਾਲੀਵਾਲ ਸੀ ਜਿਹੜਾ ਲੱਕੀ ਪਟਿਆਲ ਦਾ ਸਕੂਲ ਤੋਂ ਦੋਸਤ ਹੈ। ਉਹਨਾਂ ਦੇ ਥੱਪੜ ਵੀ ਨਹੀਂ ਵੱਜਿਆ ਕਿਉਂਕਿ ਕਾਂਗਰਸ ਦੀ ਸਰਕਾਰ ਸੀ। ਕਾਂਗਰਸੀ ਬੰਦਿਆਂ ਨੇ ਪੇਸ਼ ਕਰਵਾਏ। ਉਹ ਮਹੀਨੇ 'ਚ ਬਾਹਰ ਆ ਗਏ। ਉਹ ਬੰਦੇ ਸਿੱਧੂ ਦੇ ਨਾਲ ਹੁੰਦੇ ਸੀ। ਹੁਣ ਸਿੱਧੂ ਦੇ ਘਰ ਦੇ ਰੋਈ ਜਾਂਦੇ ਹਨ। ਸਾਨੂੰ ਦੁੱਖ ਹੈ, ਅਸੀਂ ਆਪਣੇ ਘਰ ਵੀ ਇਹ ਹਾਲਾਤ ਵੇਖੇ ਹਨ। ਸਾਡੇ ਆਪਣੇ ਭਰਾ ਮਰੇ ਹਨ, ਅਸੀਂ ਕਿਸੇ ਦੀ ਨਜਾਇਜ਼ ਜਾਨ ਨਹੀਂ ਲਈ। ਇਹ ਛੋਟੇ ਛੋਟੇ ਬੰਦੇ ਨਾਲ ਲਈ ਫਿਰਦਾ ਸੀ। ਸਾਡੇ ਬੰਦਿਆਂ ਨੇ ਕਿੰਨਾ ਰਿਸਕ ਲਿਆ ਕਿ ਕਿੰਨੇ ਨੇੜੇ ਜਾ ਕੇ ਮਾਰਿਆ। ਇਸ ਦੇ ਨਾਲ ਦੇ ਬੰਦਿਆਂ ਕੋਲ ਵੀ ਹਥਿਆਰ ਸੀ, ਪਰ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ। ਅਸੀਂ ਕਿਸੇ ਦੇ ਨਜਾਇਜ਼ ਪੁੱਤ ਨਹੀਂ ਮਾਰਨੇ। ਪਰ ਸਿੱਧੂ ਹੰਕਿਆਰਿਆ ਹੀ ਬਹੁਤ ਪਿਆ ਸੀ। ਇਸਨੇ ਸਾਨੂੰ ਮਜਬੂਰ ਕਰ ਦਿੱਤਾ ਮਾਰਨ ਲਈ। ਇਹਦਾ ਸਿੱਧਾ ਰੋਲ ਸੀ। ਮੇਰੇ ਕੋਲ ਕੋਈ ਸਟੈਂਪ ਪੇਪਰ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਵਿਖਾ ਸਕਾਂ। ਇਹਦੀ ਉਹਨਾਂ ਬੰਦਿਆਂ ਨਾਲ ਨੇੜਤਾ ਸੀ ਜਿਨ੍ਹਾਂ ਨਾਲ ਸਾਡੀ ਸਿੱਧੀ ਦੁਸ਼ਮਣੀ ਚੱਲਦੀ ਹੈ। ਇਹ ਉਹਨਾਂ ਦੀ ਮਦਦ ਕਰਦਾ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਜਦੋਂ ਸਾਫ਼ ਹੁੰਦਾ ਹੈ ਕਿ ਜਦੋਂ ਦਿੱਲੀ ਪੁਲਿਸ ਦੀ ਇਨਪੁਟ ਆਉਂਦੀ ਹੈ ਕਿ ਵਿੱਕੀ ਮਿੱਡੂ ਖੇੜਾ ਕਤਲ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਆ ਰਿਹਾ, ਫਿਰ ਤੁਹਾਡੀ ਰੇਕੀ ਸਤੰਬਰ ਤੇ ਜਨਵਰੀ ਤੋਂ ਕਿਉਂ ਚੱਲ ਰਹੀ ਸੀ? ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਬਹਾਨਾ ਬਣਾ ਰਹੇ ਹੋ। ਗੁਰਲਾਲ ਬਰਾੜ ਵਾਲੇ ਕਤਲ ਦੇ ਵਿੱਚ ਵੀ ਇਸਨੇ ਉਂਗਲ ਲਾਈ ਸੀ। ਸਾਡੀ ਲੱਕੀ ਨਾਲ ਕੋਈ ਦੁਸ਼ਮਣੀ ਨਹੀਂ ਸੀ। ਗੁਰਲਾਲ ਦੀ ਲੱਕੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਅਸੀਂ ਜ਼ਿੰਦਗੀ ਵਿੱਚ ਉਸ ਝੂਠ ਦਾ ਨਾਮ ਵੀ ਨਹੀਂ ਸੀ ਸੁਣਿਆ। ਮੈਂ ਗੁਰਲਾਲ ਦੇ ਕਤਲ ਤੋਂ ਬਾਅਦ ਇਸ ਦਾ ਨਾਮ ਸੁਣਿਆ ਕਿਉਂਕਿ ਬੰਦਾ ਇੱਦਾਂ ਦਾ ਹੈ। ਮੇਰੇ ਕੋਲ ਫੋਟੋਆਂ ਪਈਆਂ ਨੇ। ਅਫਸਾਨਾ ਖਾਨ ਗੁਰਲਾਲ ਦੇ ਮਰਨ ਤੋਂ 7-8 ਦਿਨ ਪਹਿਲਾਂ ਗੁਰਲਾਲ ਦੇ ਘਰ ਆਈ ਸੀ, ਗੁਰਲਾਲ ਦੇ ਫਲੈਟ ਵਿੱਚ ਪੇਪਰ ਦਸਤਖਤ ਕਰਨ। ਗੁਰਲਾਲ ਨੇ ਇੱਕ ਨਜਾਇਜ਼ ਕੰਪਨੀ ਖੋਲ੍ਹੀ ਸੀ। ਅਫਸਾਨਾ ਖਾਨ ਡੂਇਟ ਕਰ ਰਹੀ ਸੀ। ਕੋਈ ਨਵਾਂ ਮੁੰਡਾ ਲਾਂਚ ਕਰਨਾ ਸੀ। ਮੈਂ ਆਪਣੇ ਭਰਾ ਗੁਰਲਾਲ ਬਰਾੜ ਦੀ ਗੱਲ ਕਰ ਰਿਹਾ। ਉਹ ਗੱਲ ਬਹੁਤ ਬੇਬਾਕ ਕਰਦਾ ਸੀ। ਉੱਥੇ ਕੋਈ ਸਿੱਧੂ ਦੀ ਗੱਲ ਚੱਲੀ। ਉਹਨਾਂ ਦਿਨਾਂ ਵਿੱਚ ਸਿੱਧੂ ਦੀ ਲਾਰੈਂਸ ਵੀਰ ਦੇ ਨਾਲ ਨਿੱਕੀ ਮੋਟੀ ਗੱਲ ਨੂੰ ਲੈ ਕੇ ਅਣਬਣ ਚੱਲ ਰਹੀ ਸੀ। ਗੁਰਲਾਲ ਨੇ ਉੱਥੇ ਬੈਠ ਕੇ ਗੱਲ ਕਹੀ ਕਿ ਸਿੱਧੂ ਪੰਗੇ ਲੈ ਰਿਹਾ ਵੀਰ ਨਾਲ। ਉਹਨਾਂ ਦੇ ਐਂਟੀਆਂ ਨਾਲ ਵਰਤ ਕੇ ਇਸ ਦਾ ਦਿਮਾਗ ਖਰਾਬ ਹੋ ਗਿਆ। ਵੀਰ ਨੇ ਇਹਨੂੰ ਮਰਵਾ ਦੇਣਾ। ਉਹ ਗੱਲ ਅਫਸਾਨਾ ਖਾਨ ਨੇ ਉੱਥੋਂ ਬਾਹਰ ਨਿਕਲਦਿਆਂ ਸਾਰੀ ਗੱਲ ਸਿੱਧੂ ਨਾਲ ਕਰ ਦਿੱਤੀ। ਉਸ ਤੋਂ ਅੱਧੇ ਘੰਟੇ ਬਾਅਦ ਮਨਦੀਪ ਧਾਲੀਵਾਲ ਨੂੰ ਵਿੱਕੀ ਮਿੱਡੂ ਖੇੜਾ ਵਾਲੇ ਕੇਸ ਦੇ ਵਿੱਚ ਬਾਏ ਨੇ ਮੁਲਜ਼ਮ ਮੰਨਿਆ ਗਿਆ। ਉਸਨੇ ਗੁਰਲਾਲ ਦੇ ਨਾਲ ਦੇ ਬੰਦੇ ਨੂੰ ਫੋਨ ਕਰਕੇ ਗਾਲਾਂ ਕੱਢੀਆਂ ਸੀ ਕਿ ਤੁਸੀਂ ਸਿੱਧੂ ਬਾਰੇ ਕਿਵੇਂ ਬੋਲ ਰਹੇ ਹੋ? ਸਿੱਧੂ ਸਾਡਾ ਭਰਾ ਹੈ, ਹੱਥ ਲਾ ਕੇ ਦਿਖਾਓ ਸਿੱਧੂ ਨੂੰ। ਇਹਨਾਂ ਨੇ ਉਹ ਗੱਲ ਹਾਸੇ ਵਿੱਚ ਨਜ਼ਰਅੰਦਾਜ਼ ਕਰ ਦਿੱਤੀ ਤੇ ਸਾਡੇ ਨਾਲ ਕਿਸੇ ਨਾਲ ਨਹੀਂ ਕੀਤੀ। ਤੇ ਉਸ ਤੋਂ 10 ਦਿਨਾਂ ਬਾਅਦ ਗੁਰਲਾਲ ਦਾ ਕਤਲ ਹੋ ਜਾਂਦਾ ਹੈ ਤੇ ਲੱਕੀ ਉਸ ਦੀ ਜ਼ਿੰਮੇਵਾਰੀ ਚੁੱਕਦਾ ਹੈ, ਜਿਸ ਦੀ ਗੁਰਲਾਲ ਨਾਲ ਕੋਈ ਦੁਸ਼ਮਣੀ ਨਹੀਂ ਸੀ। ਤੇ ਉਹ ਕੇਸ ਦੇ ਵਿੱਚ ਤੁਸੀਂ ਬਾਬੇ ਸੰਧੂ ਨੂੰ ਪੁੱਛ ਲਿਓ, ਭਾਵੇਂ ਮੇਰੀ ਬਾਬੇ ਸੰਧੂ ਦੇ ਨਾਲ ਬਣਦੀ ਰਹੀ ਹੈ ਜਦੋਂ ਅਸੀਂ ਚੰਡੀਗੜ੍ਹ ਪੜ੍ਹਦੇ ਸੀ। ਪ੍ਰਧਾਨ ਮੁਲਤਾਨੀ ਸਾਡੇ ਭਰਾ ਸੀ, ਉਹ ਉਹਨਾਂ ਦੇ ਰਿਸ਼ਤੇਦਾਰ ਨੇ। ਮੈਂ ਵੀ ਉਹਨਾਂ ਨਾਲ ਵਰਤਿਆ। ਮੈਨੂੰ ਉਹਨਾਂ ਦਾ ਬਾਅਦ ਵਿੱਚ ਫੋਨ ਵੀ ਆਇਆ। ਗੁਰਲਾਲ ਵਾਲੇ ਕੇਸ ਵਿੱਚ ਮਨਦੀਪ ਧਾਲੀਵਾਲ ਦਾ ਨਾਮ ਆਉਂਦਾ ਰਿਹਾ। ਉਸ ਸਮੇਂ ਉਹਨਾਂ ਨੇ ਪੇਸ਼ ਕਰਵਾਇਆ ਸੀ। ਸਿੱਧੂ ਦੇ ਕਹਿਣ ਤੇ ਇਹ ਗੱਲ ਉਹਨਾਂ ਨੇ ਆਪ ਮੰਨੀ ਹੈ। ਬਾਬੇ ਸੰਧੂ ਨੂੰ ਪੁੱਛ ਲਿਓ, ਨਹੀਂ ਤਾਂ ਮੇਰੇ ਨਾਲ ਫੋਨ ਤੇ ਗੱਲ ਕਰਵਾ ਦਿਓ ਬਾਬੇ ਸੰਧੂ ਦੀ। ਇਹਨਾਂ ਨੇ ਸਿਫਾਰਿਸ਼ ਤੇ ਵਿੱਕੀ ਮਿੱਡੂ ਖੇੜਾ ਵਾਲੇ ਕੇਸ ਵਿੱਚ ਵੀ ਬੰਦੇ ਪੇਸ਼ ਕਰਵਾਏ ਸੀ। 24 ਘੰਟੇ ਇਹ ਦੇ ਨਾਲ ਰਹਿੰਦਾ ਮੈਨੇਜਰ ਬੰਦਾ, ਜਿਹੜਾ ਤਨਖਾਹ ਤੇ ਕਿਸੇ ਲਈ ਕੰਮ ਕਰ ਰਿਹਾ,
ਉਹਦੀ ਆਪਣੀ ਕੀ ਔਕਾਤ ਹੋਵੇਗੀ ਕਿ ਉਹ ਇਸ ਤੋਂ ਬਾਹਰ ਹੋ ਕੇ ਥੋੜੀ ਕੋਈ ਕੰਮ ਕਰਵਾ ਸਕਦਾ ਹੈ। ਜਿਹੜਾ ਬੰਦਾ ਦੁਨੀਆ ਦਾ ਸੁਪਰਸਟਾਰ ਹੈ, ਉਸ ਦਾ ਮੈਨੇਜਰ ਉਸ ਦੇ ਨਾਲ ਇੱਕੋ ਕਮਰੇ ਵਿੱਚ ਰਹਿ ਰਿਹਾ ਸੀ, ਉਹ ਆਪਣੇ ਬੰਦਿਆਂ ਤੋਂ ਬਾਹਰ ਹੋ ਕੇ ਥੋੜੀ ਕੋਈ ਕੰਮ ਕਰੇਗਾ। ਨਾਲੇ ਇਸ ਦੀ ਇੰਨਾ ਬੰਦਿਆਂ ਦੇ ਨਾਲ ਬਣਦੀ ਹੈ। ਸਾਰੀ ਦੁਨੀਆ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਨੂੰ ਜਾਂ ਪਰਮੇਸ਼ ਵਰਗਿਆਂ ਨੂੰ ਕਹੋ ਕਿ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ, ਉਹਨਾਂ ਦੇ ਮੂਹਰੇ ਜਾ ਕੇ ਸਹੁੰ ਖਾਓ ਕਿ ਜਿਹੜੇ ਬੰਦਿਆਂ ਨੇ ਇਹਨਾਂ ਦੇ ਕੋਲੋਂ ਐਕਸਟੋਰਸ਼ਨ ਲਈ ਹੈ, ਉਹਨਾਂ ਦੀ ਸਿੱਧੂ ਨਾਲ ਬਣਦੀ ਸੀ ਕਿ ਨਹੀਂ। ਤੁਹਾਡਾ ਰੇੜਕਾ ਲੱਕੀ ਪਟਿਆਲ ਤੇ ਬੰਬੀਹਾ ਗੈਂਗ ਦੇ ਨਾਲ ਸੀ ਜਾਂ ਤੁਹਾਡਾ ਝਗੜਾ ਉਹਨਾਂ ਦੇ ਨਾਲ ਹੀ ਸੀ? ਸਾਡਾ ਇਹਨਾਂ ਨਾਲ ਕੋਈ ਰੇੜਕਾ ਨਹੀਂ ਸੀ, ਸਾਡਾ ਰੰਮੀ ਮਸ਼ਾਨੇ ਦੇ ਨਾਲ ਰੌਲਾ ਸੀ, ਕਿਉਂਕਿ ਇਹਨਾਂ ਨੇ ਪੈਸੇ ਲੈ ਕੇ ਲਾਰੈਂਸ ਵੀਰ ਦੇ ਚਚੇਰੇ ਭਰਾ ਦਾ ਕਤਲ ਕੀਤਾ ਸੀ। ਸੋਨੂ ਤੇ ਪੈਟਰੋਲ ਰੰਮੀ ਮਸ਼ਾਨੇ ਨੇ 25-30 ਲੱਖ ਰੁਪਇਆ ਲੈ ਕੇ ਕਤਲ ਕਰ ਦਿੱਤੇ। ਸਾਡਾ ਉਹਨਾਂ ਨਾਲ ਰੌਲਾ ਸੀ। ਅਸੀਂ ਯੂਨੀਵਰਸਿਟੀ ਪੜ੍ਹੇ ਹਾਂ, ਅਸੀਂ ਲੱਕੀ ਦਾ ਕਦੇ ਨਾਮ ਵੀ ਨਹੀਂ ਸੀ ਸੁਣਿਆ। ਇਹ ਵੀ ਉੱਥੇ ਤੁਰੇ ਫਿਰਦੇ ਰਹਿੰਦੇ ਸੀ, ਸਾਡੀ ਅੱਖ 'ਚ ਪਿਆ ਨਹੀਂ ਕਦੇ ਰੜਕੇ। ਸਾਡਾ ਇਹਨਾਂ ਨਾਲ ਰੌਲਾ ਨਹੀਂ ਸੀ। ਇਹਨਾਂ ਦੀ ਵਿੱਕੀ ਮਿੱਡੂ ਖੇੜਾ ਵੀਰ ਨਾਲ ਬਣਦੀ ਸੀ। ਵਿੱਕੀ ਮਿੱਡੂ ਖੇੜਾ ਨੂੰ ਮਾਰਨ ਤੱਕ ਉਹਨਾਂ ਨਾਲ ਇਹ ਗੱਲਾਂ ਕਰਦੇ ਰਹੇ। ਉਹਨਾਂ ਦੀ ਪਿੱਠ 'ਤੇ ਛੁਰਾ ਮਾਰਿਆ। ਲੱਕੀ ਪਟਿਆਲ ਨੂੰ ਇੰਡੀਆ 'ਚੋਂ ਬਾਹਰ ਕੱਢਣ ਵਾਲੇ ਵਿੱਕੀ ਮਿੱਡੂ ਖੇੜਾ ਸੀ। ਉਸ ਦੀ ਸਪੋਰਟ ਕਰਨ ਵਾਲਾ ਵਿੱਕੀ ਮਿੱਡੂ ਖੇੜਾ ਸੀ। ਵਿੱਕੀ ਤੋਂ ਕੰਮ ਲੈ ਕੇ ਲੱਕੀ ਨੇ ਉਸ ਦੀ ਪਿੱਠ 'ਤੇ ਛੁਰਾ ਮਾਰਿਆ। ਵਿੱਕੀ ਮਿੱਡੂ ਖੇੜਾ ਦਾ ਕਸੂਰ ਇਹ ਸੀ ਕਿ ਉਹ ਸਿੱਧੂ ਨੂੰ ਸਮਝਾ ਰਿਹਾ ਸੀ ਕਿ ਉਹ ਇਹਨਾਂ ਦੀ ਗੈਂਗਵਾਰ ਵਿੱਚ ਕਿਉਂ ਵੜਨ ਲੱਗ ਪਿਆ। ਤੂੰ ਨਿਊਟਰਲ ਹੋ ਕੇ ਕਿਉਂ ਨਹੀਂ ਚੱਲ ਸਕਦਾ? ਵਿੱਕੀ ਨੇ ਸਿੱਧੂ ਨੂੰ ਕਿਹਾ ਕਿ ਮੈਂ ਤੇਰੀ ਲਾਰੈਂਸ ਨਾਲ ਗੱਲ ਕਰਵਾ ਦਿੰਦਾ, ਤੂੰ ਮਾਫੀ ਮੰਗ ਲੈ। ਇਹ ਮੂਹਰੋਂ ਉਹਨੂੰ ਕਹਿੰਦਾ ਕਿ ਮੈਂ ਕਿਉਂ ਮੰਗਾ, ਉਹ ਮੰਗ ਲੈਣ। ਇਹਨੂੰ ਇਹ ਹੋ ਗਿਆ ਕਿ ਵਿੱਕੀ ਮੈਨੂੰ ਉਹਨਾਂ ਸਾਹਮਣੇ ਥੱਲੇ ਲਾ ਰਿਹਾ। ਵਿੱਕੀ ਤਾਂ ਇਹਨੂੰ ਬਚਾਉਣਾ ਚਾਹੁੰਦਾ ਸੀ ਕਿ ਤੂੰ ਕਿਉਂ ਲੜਾਈਆਂ ਦੇ ਵਿੱਚ ਪੈਣਾ ਚਾਹੁੰਦਾ? ਤੇਰਾ ਇੰਨਾ ਸੋਹਣਾ ਕੰਮ ਚੱਲਦਾ ਪਿਆ, ਤੂੰ ਆਪਦੇ ਕੰਮ ਵੱਲ ਧਿਆਨ ਦੇ। ਸਿੱਧੂ ਨੇ ਆਪਣੇ ਪੈਰ 'ਤੇ ਆਪ ਕੁਲਾੜੀ ਮਾਰੀ ਤੇ ਜੇ ਵਿੱਕੀ ਜਿਉਂਦਾ ਹੁੰਦਾ ਤਾਂ ਇਦਾਂ ਤਾਂ ਇਸ ਦਾ ਕੰਮ ਨਹੀਂ ਹੁੰਦਾ ਸੀ। ਵਿੱਕੀ ਇਹਨੂੰ ਬਚਾ ਰਿਹਾ ਸੀ ਲਾਰੈਂਸ ਤੋਂ ਇੰਨੇ ਸਮੇਂ ਦਾ। ਵਿੱਕੀ ਸਿੱਧੂ ਨੂੰ ਕਹਿੰਦਾ ਸੀ ਕਿ ਤੂੰ ਲਾਰੈਂਸ ਨਾਲ ਪੰਗੇ ਨਾ ਲੈ, ਤੂੰ ਲੱਕੀ ਨਾਲ ਇੰਨੀ ਨੇੜਤਾ ਨਾ ਰੱਖ, ਤੂੰ ਬਰਾਬਰ ਹੋ ਕੇ ਚੱਲ, ਤੂੰ ਨੁਕਸਾਨ ਕਰਵਾ ਲਵੇਂਗਾ। ਤੁਹਾਡਾ ਰੌਲਾ ਬੰਬੀਹਾ ਗੈਂਗ ਦੇ ਨਾਲ ਹੈ, ਲੱਕੀ ਪਟਿਆਲ ਦੇ ਨਾਲ ਹੈ। ਇਹਨਾਂ ਦੇ ਬੰਦੇ ਸੁਖਪ੍ਰੀਤ ਪੁੱਡਾ, ਦਿਲਪ੍ਰੀਤ ਬਾਬਾ, ਅਮਨ ਜੈਤੋ, ਕੁੱਲ 15 ਗੈਂਗਸਟਰ ਨੇ। ਰੌਲਾ ਤਾਂ ਇਹ ਪੈ ਰਿਹਾ, ਮੈਨੂੰ 6 ਜਾਂ 7 ਸਾਲ ਹੋ ਗਏ ਵੇਖਦੇ ਨੂੰ। ਤੁਸੀਂ ਸਾਰੇ ਭਾਵੇਂ ਵਿੱਕੀ ਮਿੱਡੂ ਖੇੜਾ, ਸੰਦੀਪ ਨੰਗਲੰਬੀਆ, ਸਿੱਧੂ ਮੂਸੇਵਾਲਾ, ਇਹ ਸਾਰੇ ਦੇ ਸਾਰੇ ਸੌਫਟ ਟਾਰਗੇਟ ਸੀ। ਤੁਸੀਂ ਗੈਂਗਸਟਰਾਂ ਨੂੰ ਨਹੀਂ ਮਾਰ ਰਹੇ ਤਾਂ ਤੁਸੀਂ ਆਮ ਬੰਦਿਆਂ ਨੂੰ, ਸਿੰਗਰਾਂ ਨੂੰ ਮਾਰ ਰਹੇ ਹੋ। ਕੋਈ ਕਲਾਕਾਰ ਹੋ ਗਿਆ, ਕੋਈ ਸਿੰਗਰ ਹੋ ਗਿਆ, ਕੋਈ ਕਬੱਡੀ ਖਿਡਾਰੀ ਹੋ ਗਿਆ। ਇਹ ਤਾਂ ਗੱਲ ਗਲਤ ਹੈ ਯਾਰ। ਰਿਤੇਸ਼ ਜੀ, ਜੇ ਅਸੀਂ ਆਮ ਬੰਦੇ ਨੂੰ ਮਾਰਨਾ ਹੁੰਦਾ ਤਾਂ ਅਸੀਂ ਸਰਤਾਜ ਵਰਗੇ ਨੂੰ ਮਾਰ ਦਿੰਦੇ। ਅਸੀਂ ਸਭ ਤੋਂ ਵੱਧ ਹੰਕਾਰੇ ਬੰਦੇ ਨੂੰ ਹੱਥ ਕਿਉਂ ਪਾਇਆ? ਕਿਉਂਕਿ ਸਾਡਾ ਉਸ ਦੇ ਨਾਲ ਆਪਸੀ ਰੌਲਾ ਸੀ। ਨਾਲ ਸੰਦੀਪ ਨੰਗਲੰਬੀਆ ਤੇ ਵਿੱਕੀ ਮਿੱਡੂ ਖੇੜਾ, ਇਹ ਅਸੀਂ ਨਹੀਂ ਮਾਰੇ ਰਿਤੇਸ਼ ਜੀ। ਵਿੱਕੀ ਮਿੱਡੂ ਖੇੜਾ ਸਾਡਾ ਭਰਾ ਸੀ, ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਤੇ ਸਾਨੂੰ ਵੀ ਤਾਂ ਹੀ ਹਥਿਆਰ ਚੁੱਕਣੇ ਪਏ। ਗੁਰਲਾਲ ਬਰਾੜ ਨੂੰ ਸਾਰੇ ਮੀਡੀਆ ਨੇ ਗੈਂਗਸਟਰ ਬਣਾ ਕੇ ਪੇਸ਼ ਕੀਤਾ। ਉਸ 'ਤੇ ਅੱਜ ਤੱਕ 57 ਦਾ ਵੀ ਪਰਚਾ ਨਹੀਂ ਹੋਇਆ। ਪੁਲਿਸ ਨੇ ਉਸ ਦੇ ਗੁਰਲਾਲ ਦੇ ਕੇਸ ਦੇ ਵਿੱਚ ਸਾਡੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਗਵਾਹ ਨਹੀਂ ਬਣਾਇਆ। ਭਰਾ ਸਾਡਾ ਮਰਿਆ ਤੇ ਸੰਸਕਾਰ ਤੋਂ ਬੰਦਿਆਂ ਦੀ ਵੀਡੀਓ ਬਣਾ ਕੇ ਲੈ ਗਏ ਤੇ ਬਾਅਦ ਦੇ ਵਿੱਚ ਉਹਨਾਂ ਬੰਦਿਆਂ ਨੂੰ ਘਰੋਂ ਚੁੱਕ ਕੇ 25 ਬੰਦਿਆਂ ਤੇ ਪਰਚਾ ਪਾਇਆ। ਸੁਣੀ ਤੁਸੀਂ ਕਦੇ ਇਹ ਗੱਲ ਕਿ ਜਿਨ੍ਹਾਂ ਦਾ ਬੰਦਾ ਮਰਿਆ ਹੋਵੇ ਉਹਨਾਂ ਦੇ ਦੋਸਤਾਂ ਤੇ ਪਰਚਾ ਪਿਆ ਹੋਵੇ? ਚੰਡੀਗੜ੍ਹ ਇੰਡਸਟਰੀਅਲ ਫੇਜ਼ ਵਿੱਚ ਕੰਮ ਹੋਇਆ ਹੋਵੇ ਤੇ ਇਹਨਾਂ ਨੂੰ ਇੱਕ ਵੀ ਫੋਟੋ ਨਹੀਂ ਮਿਲੀ। ਕਲੱਬ ਦੇ ਬਾਹਰ ਕਤਲ ਹੋਇਆ ਸੀ। ਗੁਰਲਾਲ ਨੇ ਆਰਨੇ ਦਾ ਸ਼ੋਅ ਲਵਾਇਆ ਸੀ ਇਸ ਕਲੱਬ ਦੇ ਵਿੱਚ। ਇਹ ਸ਼ੋਅ ਨਹੀਂ ਕਰਦਾ ਸੀ। ਗੁਰਲਾਲ ਦੀ ਉਹਨਾਂ ਬੰਦਿਆਂ ਨਾਲ ਦੋਸਤੀ ਸੀ। ਨਵੇਂ ਸਾਲ ਤੇ ਉਹਨਾਂ ਬੰਦਿਆਂ ਨੇ ਕਿਹਾ ਸ਼ੋਅ ਕਰਵਾਉਣਾ ਹੈ। ਆਰਨਿਤ ਨੇ ਕਿਹਾ ਕਿ ਅਸੀਂ ਸ਼ੋਅ ਨਹੀਂ ਕਰਦੇ ਤੇ ਪਰ ਗੁਰਲਾਲ ਨੇ ਕਿਹਾ ਕਿ ਸ਼ੋਅ ਤਾਂ ਕਰਨਾ ਪੈਣਾ ਕਿਉਂਕਿ ਅਸੀਂ ਜ਼ੁਬਾਨ ਦੇ ਚੁੱਕੇ ਹਾਂ। ਇੱਕ ਗੱਲ ਨਹੀਂ, ਬਹੁਤ ਗੱਲਾਂ ਸਨ। ਹੁਣ ਆਰਨਿਤ ਦੀ ਸਕੀ ਭੂਆ ਦਾ ਮੁੰਡਾ ਰੋਟੀ ਦੇ ਕੇ ਆਉਂਦਾ ਰਿਹਾ, ਉਹਨੂੰ ਕਿਉਂ ਨਹੀਂ ਫੜਿਆ ਪੁਲਿਸ ਨੇ? ਇਹ ਗੱਲ ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਕੱਲ੍ਹ ਨੂੰ ਫਿਰ ਅਸੀਂ ਕਿਸੇ ਨੂੰ ਮਾਰਾਂਗੇ ਤੇ ਤੁਸੀਂ ਸਭ ਨੇ ਕਹਿ ਦੇਣਾ ਕਿ ਮਸ਼ਹੂਰੀ ਖਾਤਰ ਮਾਰ ਦਿੱਤਾ। ਕਿ ਕਾਨੂੰਨ ਇਨਸਾਫ ਨਹੀਂ ਦੇਵੇਗਾ ਤਾਂ ਅਸੀਂ ਤਾਂ ਲੈਣਾ ਇਨਸਾਫ। ਇਹਨਾਂ ਮੇਰੇ ਭਰਾ ਦੇ ਕਤਲ ਦੇ ਵਿੱਚ ਇੱਕ ਗੱਡੀ ਚਲਾਉਣ ਵਾਲੇ ਡਰਾਈਵਰ ਨੂੰ ਗਵਾਹ ਬਣਾ ਲਿਆ। ਉਹ ਕਿਉਂ ਕਿਸੇ ਗੈਂਗਸਟਰ ਦੇ ਖਿਲਾਫ ਗਵਾਹੀ ਦੇਵੇਗਾ? ਫਿਰ ਸਜ਼ਾ ਕਿਸ ਤਰ੍ਹਾਂ ਹੋਵੇਗੀ ਜੇ ਗਵਾਹ ਨਹੀਂ ਹੈ ਤਾਂ? ਥਾਣੇ ਗਏ ਬੰਦਿਆਂ ਨੂੰ ਇਹਨਾਂ ਨੇ ਕੁੱਟ ਕੇ ਭਜਾਇਆ। ਇਹ 24 ਘੰਟੇ ਤਕੜੇ ਲੀਡਰਾਂ ਨਾਲ ਉੱਠਦਾ ਬੈਠਦਾ ਸੀ। ਪੁਲਿਸ ਵਾਲਿਆਂ ਦੇ ਨਾਲ, ਤਕੜੇ ਅਫਸਰਾਂ ਦੇ ਮੁੰਡਿਆਂ ਦੇ ਨਾਲ ਉੱਠਣ ਬੈਠਣਾ ਸੀ। ਇਹਨਾਂ ਨੇ ਰੱਜ ਕੇ ਕ੍ਰਾਈਮ ਕੀਤਾ। ਇਹ ਤਾਂ ਤੁਹਾਡਾ ਸ਼ੱਕ ਹੈ। ਸਿੱਧੂ ਸਿੱਧੇ ਤੌਰ 'ਤੇ ਕਿਸੇ ਘਟਨਾ ਦੇ ਵਿੱਚ ਨਹੀਂ ਸੀ। ਜੇ ਸਿੱਧੂ ਮਾੜਾ ਨਹੀਂ ਸੀ ਤਾਂ ਫਿਰ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰੋ। ਤੁਸੀਂ ਵਕਤ ਤਾਂ ਦਿਓ, ਤੁਸੀਂ ਵਕਤ ਨਹੀਂ ਦਿੱਤਾ। ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਜਾਂਚ ਹੁੰਦੀ ਹੈ ਤੇ ਤੁਸੀਂ 29 ਮਈ ਨੂੰ ਸਿੱਧੂ ਨੂੰ ਮਾਰ ਦਿੰਦੇ ਹੋ। ਜਾਂਚ ਦੇ ਲਈ 2 ਮਹੀਨੇ ਕੀ ਹੁੰਦੇ ਹਨ? ਉਹ ਦੁਬਈ ਤੋਂ ਇੰਡੀਆ ਆਇਆ, ਜਿਹੜਾ ਇਹਨਾਂ ਦਾ ਮੈਨੇਜਰ ਸੀ। ਸ਼ੂਟਰ ਫੜੇ ਗਏ ਤਾਂ ਉਹ ਅਗਲੇ ਦਿਨ ਵਾਪਸ ਭੱਜ ਗਿਆ। ਜੇ ਪੁਲਿਸ ਨੇ ਫੜਨਾ ਹੁੰਦਾ ਤਾਂ ਉਹ ਕਿਸ ਤਰ੍ਹਾਂ ਭੱਜ ਜਾਂਦਾ? ਪੁਲਿਸ ਨੇ ਆਪ ਭਜਾਇਆ। DGP ਦਾ ਮੁੰਡਾ ਇਸ ਦੀ ਗੱਡੀ 'ਚ ਹੁੰਦਾ। ਸਾਨੂੰ ਲੋਕ ਕਹਿ ਰਹੇ ਹਨ ਕਿ ਤੁਸੀਂ ਏਜੰਸੀਆਂ ਦੇ ਪਾਲੇ ਹੋਏ ਟਾਊਟ ਹੋ। ਤੁਸੀਂ ਸਰਕਾਰਾਂ ਲਈ ਕੰਮ ਕਰ ਰਹੇ ਹੋ ਕਿ ਤੁਸੀਂ ਇੰਨਾ ਵਧੀਆ ਸਿੱਖ ਮੁੰਡਾ ਮਾਰ ਦਿੱਤਾ। ਕਾਂਗਰਸ ਲਈ ਉਹ ਚੋਣ ਲੜ ਰਿਹਾ ਸੀ ਰਿਤੇਸ਼ ਜੀ। ਉਮਰਾ ਨੰਗਲ, ਜਿਸ ਦਾ ਨਾਮ ਸਭ ਤੋਂ ਵੱਧ ਸਿੱਖ ਮੁੰਡਿਆਂ ਦੇ ਕਤਲ 'ਚ ਬੋਲਦਾ, ਉਸ ਦੇ ਮੋਢੇ 'ਤੇ ਹੱਥ ਰੱਖ ਕੇ ਉਸ ਦੇ ਕਹਿਣ 'ਤੇ ਉਸ ਦੇ ਪਿੰਡ ਅਖਾੜਾ ਲਾਇਆ। ਪਿੰਡਰਾਂ ਵਾਲੇ ਸੰਤਾਂ ਦੀ ਫੋਟੋ ਦਾ ਟੈਟੂ ਬਣਵਾ ਕੇ ਪੈਰੀ ਹੱਥ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ 'ਤੇ ਲਗਾਉਂਦਾ ਰਿਹਾ ਜਾ ਕੇ।
ਜੇ ਨਾ ਮਰਿਆ ਹੁੰਦਾ ਤਾਂ ਉਸਨੇ 4 ਜੂਨ ਨੂੰ ਦਿੱਲੀ ਸ਼ੋਅ ਲਗਾਉਣਾ ਸੀ, ਸਾਰੀ ਸਿੱਖ ਕੌਮ ਦਾ ਸਿਰ ਨੀਵਾ ਕਰਨਾ ਸੀ। ਤੇ ਹਾਲੇ ਇਹ ਸਿੱਖ ਕੌਮ ਦਾ ਸ਼ਹੀਦ ਹੈ, ਸਿੱਖ ਕੌਮ ਦਾ ਆਗੂ ਹੈ। ਸਾਨੂੰ ਤੁਸੀਂ ਗੱਦਾਰ ਦੱਸਦੇ ਹੋ ਕਿਉਂਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ। ਜੇ ਪੈਸਿਆਂ ਦੀ ਗੱਲ ਹੁੰਦੀ ਰਿਤੇਸ਼ ਜੀ, ਮੈਨੂੰ 2 ਕਰੋੜ ਰੁਪਏ ਦਿੰਦਾ ਸੀ ਸਿੱਧੂ, ਪਰ ਇਹ ਗਲਤੀਆਂ ਐਸੀਆਂ ਕਰੀ ਬੈਠਾ ਸੀ ਜਿਹੜੀਆਂ ਗਲਤੀਆਂ ਮੁਆਫ ਨਹੀਂ ਸੀ ਕਰ ਸਕਦੇ। ਜੇ ਪੈਸਿਆਂ ਦਾ ਰੌਲਾ ਹੁੰਦਾ ਤਾਂ ਤੁਹਾਨੂੰ ਕੀ ਲੱਗਦਾ ਰਿਤੇਸ਼ ਜੀ, ਇਹ ਆਪਣੀ ਜਾਨ ਬਚਾਉਣ ਖਾਤਰ ਇੰਨਾ ਭੱਜਿਆ ਫਿਰਦਾ ਸੀ? ਕਦੇ ਬੁਲਟ ਪ੍ਰੂਫ ਜੈਕਟ ਮੰਗਵਾ, ਕਦੇ ਗੱਡੀ ਬੁਲਟ ਪ੍ਰੂਫ ਕਰਾ, ਕਦੇ ਸੁਰੱਖਿਆ ਲੈ, ਤੇ ਤੁਹਾਨੂੰ ਕੀ ਲੱਗਦਾ ਇਹ ਸਾਨੂੰ 50 ਲੱਖ ਜਾਂ ਕਰੋੜ ਰੁਪਇਆ ਦੇ ਨਹੀਂ ਸੀ ਸਕਦਾ? ਇਹ ਸਾਡੇ ਐਂਟੀਆਂ ਨਾਲ ਵਰਤ ਸਕਦਾ ਸੀ, ਤੇ ਤੁਹਾਨੂੰ ਕੀ ਲੱਗਦਾ ਅਸੀਂ ਚਾਹੁੰਦੇ ਤਾਂ ਇਸ ਦੇ ਨਾਲ ਵਰਤ ਨਹੀਂ ਸੀ ਸਕਦੇ? ਪਰ ਪੈਸਿਆਂ ਦੀ ਗੱਲ ਨਹੀਂ ਸੀ। ਪੁਲਕੀਤ ਅਰੋੜਾ ਡੀਜੀਪੀ ਅਰੋੜੇ ਦਾ ਮੁੰਡਾ ਇਸ ਦੇ ਨਾਲ ਤੁਰਦਾ ਸੀ। ਪੰਜਾਬ ਡੀਜੀਪੀ ਦਾ ਮੁੰਡਾ ਜਿਸ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੋਵੇ ਉਹ ਤਾਂ ਕੁਝ ਵੀ ਕਰ ਸਕਦਾ। ਤੁਸੀਂ ਦੱਸਿਆ ਸੀ ਕਿ ਇਹ ਸੁਖਪ੍ਰੀਤ ਬੁੱਢੇ ਦਾ ਖਰਚਾ ਪਾਣੀ ਕਰਦਾ ਸੀ। ਭਾਗੋ ਮਾਜਰਾ ਦਾ ਉਹ ਸਮਾਗਮ ਸੀ ਜਿਸ ਵਿੱਚ ਇਸ ਨੂੰ 59/11 ਮਿਲਿਆ ਸੀ। ਉਹ ਸਾਰੀਆਂ ਗੱਲਾਂ ਤੁਹਾਡਾ ਸ਼ੱਕ ਸੀ ਤੇ ਉਸ ਸ਼ੱਕ ਦੇ ਚਲਦਿਆਂ ਤੁਸੀਂ ਕਾਰਵਾਈ ਕਰ ਦਿੱਤੀ। ਉਹ ਬੰਦੇ ਜਿਉਂਦੇ ਆ, ਲੱਕੀ ਦੇ ਬੜੇ ਖਾਸ ਹੈ। ਲੱਕੀ ਦੀ ਜਿਹੜੀ ਪਹਿਲੀ ਲੜਾਈ ਸੀ ਉਹ ਵੀ ਉੱਥੇ ਹੋਈ ਸੀ। ਲਾਰੈਂਸ ਵੀਰ ਨੇ ਉਸ ਵਕਤ ਵੀ ਇਸ ਨੂੰ ਰੋਕਿਆ ਸੀ, ਤੂੰ ਉਸ ਟੂਰਨਾਮੈਂਟ ਤੇ ਨਾ ਜਾਵੀਂ। ਉਹ ਬੰਦੇ ਅੱਗੇ ਦੀ ਅੱਗੇ ਸਾਡੇ ਐਂਟੀਆਂ ਨਾਲ ਰਲਦੇ ਸੀ। ਇਹ ਉਸ ਟੂਰਨਾਮੈਂਟ ਤੇ ਵੀ ਗਿਆ। ਇਸ ਨੇ ਉਹ ਟਰੈਕਟਰ ਵੀ ਲਿਆ। ਜਦੋਂ ਸੁਖਪ੍ਰੀਤ ਬੁੱਢਾ ਫਰਾਰ ਸੀ ਤੇ ਜਿਹੜਾ ਅਰਸ਼ ਭੁੱਲਰ ਹੈ ਓਲਡ ਮੀਡੀਆ ਵਾਲਾ, ਉਹ ਉਹਨਾਂ ਦੇ ਘਰ ਰਹਿੰਦਾ ਰਿਹਾ ਕੁਰਾਲੀ। ਉਸ ਦਾ ਵੀ ਕੇਸ ਦੇ ਵਿੱਚ ਨਾਮ ਆਇਆ ਪਨਾਹ ਦੇਣ ਦੇ ਮਾਮਲੇ ਵਿੱਚ, ਤੇ ਉਹ 24 ਘੰਟੇ ਸਿੱਧੂ ਨਾਲ ਹੁੰਦਾ ਸੀ। ਤੁਸੀਂ ਦੱਸੋ ਕਿਵੇਂ ਨਾ ਮੰਨੀਏ ਕਿ ਇਹਨਾਂ ਦੇ ਸੰਬੰਧ ਹਨ? ਲੋਕੀ ਕਹਿੰਦੇ ਖੁੱਲ੍ਹ ਕੇ ਬੋਲੋ, ਜ਼ਰੂਰ ਬੋਲੋ, ਇਕੱਲੇ ਗੈਂਗਸਟਰਾਂ ਖਿਲਾਫ ਨਾ ਬੋਲੋ। ਜ਼ਰੂਰੀ ਨਹੀਂ ਮਾੜਾ ਚੰਗੇ ਨੂੰ ਮਾਰੇਗਾ, ਮਾੜਾ ਮਾੜੇ ਨੂੰ ਵੀ ਮਾਰ ਸਕਦਾ ਹੈ। ਅਸੀਂ ਨਹੀਂ ਕਹਿੰਦੇ ਅਸੀਂ ਚੰਗੇ ਹਾਂ, ਪਰ ਜ਼ਰੂਰੀ ਨਹੀਂ ਕਿ ਜਿਸ ਨੂੰ ਅਸੀਂ ਮਾਰਾਂਗੇ ਉਹ ਚੰਗਾ ਹੀ ਹੋਵੇਗਾ। ਅਸੀਂ ਮਾੜੇ ਨੂੰ ਵੀ ਮਾਰ ਸਕਦੇ ਹਾਂ। ਉਹ ਚੰਗਾ ਗਾਉਂਦਾ ਸੀ, ਦੁਨੀਆ ਵਿੱਚ ਉਸ ਦਾ ਨਾਮ ਸੀ, ਪਰ ਉਸ ਦੇ ਦਿਮਾਗ ਵਿੱਚ ਇਹ ਚੀਜ਼ ਸੀ ਕਿ ਉਸ ਨੂੰ ਬਦਮਾਸ਼ਾਂ ਨਾਲ ਯਾਰੀ ਰੱਖਣ ਦਾ ਸ਼ੌਂਕ ਸੀ। ਸਾਡੇ ਨਾਲ ਵੀ ਯਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਗੱਲੋਂ ਨਹੀਂ ਨਿਭ ਸਕੀ। ਅਸੀਂ ਨਜ਼ਰਅੰਦਾਜ਼ ਕਰਦੇ ਸੀ ਕਿਉਂਕਿ ਵੱਡੇ ਸਟਾਰ ਨੂੰ ਮਾਰ ਕੇ ਅਸੀਂ ਲਾਈਮਲਾਈਟ ਵਿੱਚ ਨਹੀਂ ਆਉਣਾ ਚਾਹੁੰਦੇ ਸੀ। ਅਸੀਂ ਸੋਚਦੇ ਸੀ ਕਿ ਸਾਡੀਆਂ ਆਪਣੀਆਂ ਦੁਸ਼ਮਣੀਆਂ ਹਨ, ਅਸੀਂ ਉਹ ਹੀ ਨਿਬੇੜ ਲਈਏ। ਇਸ ਨੂੰ ਇੰਝ ਸੀ ਕਿ ਇਸ ਨੂੰ ਕੋਈ ਮਾਰ ਹੀ ਨਹੀਂ ਸਕਦਾ। ਇਹ ਉਸ ਚੀਜ਼ ਨੂੰ ਕਮਜ਼ੋਰੀ ਸਮਝਣ ਲੱਗ ਪਿਆ। ਮੁਖਤਾਰ ਅੰਸਾਰੀ ਨੂੰ ਕਾਂਗਰਸ ਸਰਕਾਰ ਨੇ ਰੋਪੜ ਜੇਲ੍ਹ ਵਿੱਚ ਰੱਖਿਆ। ਮੁਖਤਾਰ ਅੰਸਾਰੀ ਕੋਲ ਆਪਣਾ ਪ੍ਰਾਈਵੇਟ ਪਿਸਤਲ ਹੁੰਦਾ ਸੀ। ਮੁਖਤਾਰ ਅੰਸਾਰੀ ਨਾਲ ਸਿੱਧੂ ਦਾ ਕੀ ਰਿਸ਼ਤਾ ਸੀ? ਮੁਖਤਾਰ ਅੰਸਾਰੀ ਇਸ ਨੂੰ ਕਹਿੰਦਾ ਸੀ ਕਿ ਤੂੰ ਤਗੜਾ ਹੋ, ਤੈਨੂੰ ਅਸੀਂ ਪੰਜਾਬ ਦਾ ਡਿੰਪੀ ਚੰਦ ਬਣਾ ਦੇਵਾਂਗੇ। ਮੁਖਤਾਰ ਅੰਸਾਰੀ ਨੇ ਸਿੱਧੂ ਤੇ ਥਾਪੀ ਮਾਰ ਕੇ ਇਹਨੂੰ ਕਿਹਾ ਕਿ ਤੈਨੂੰ ਪੰਜਾਬ ਦਾ ਡਿੰਪੀ ਚੰਦ ਪਾਣ ਬਣਾ ਦੇਵਾਂਗੇ। ਜਦੋਂ ਮਾਰਦਾ ਰੱਬ ਬੰਦੇ ਦੀ ਮੱਤ ਮਾਰਦਾ। ਸਭ ਕੁਝ ਦਿੱਤਾ ਸੀ ਇਸ ਨੂੰ ਰੱਬ ਨੇ, ਜੋ ਗੀਤਾਂ ਦੇ ਵਿੱਚ ਇਹ ਕਿਰਦਾਰ ਦਿਖਾ ਰਿਹਾ ਸੀ। ਇਹ ਚਾਹੁੰਦਾ ਸੀ ਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਬਸ ਉਹੀ ਬਣ ਜਾਵਾਂ। ਤੁਸੀਂ ਉਸ ਨੂੰ ਵਾਰਨਿੰਗ ਦੇ ਸਕਦੇ ਸੀ। ਪਰਮੇਸ਼ ਤੇ ਕਰਨ ਔਜਲੇ ਦੇ ਕੇਸ ਦੇ ਵਿੱਚ ਧਮਕੀ ਦਿੱਤੀ ਗਈ, ਪਰ ਸਿੱਧੂ ਦੇ ਮਾਮਲੇ ਦੇ ਵਿੱਚ ਤੁਸੀਂ ਵਾਰਨਿੰਗ ਕਿਉਂ ਨਹੀਂ ਦਿੱਤੀ? ਜਿਹੜੇ ਮਸਲੇ ਨਿਬੜਨ ਵਾਲੇ ਸੀ ਉਹ ਨਿਬੇੜੇ ਵੀ ਹਨ। ਰਿੰਦੇ ਨੇ ਕਾਨਫਰੰਸ ਦੇ ਵਿੱਚ ਰਾਜੀਨਾਮਾ ਵੀ ਕਰਵਾਇਆ ਸੀ। ਰਿੰਦੇ ਵੀਰ ਦੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ। ਉਨੀ ਦੇਰ ਤੱਕ ਤਾਂ ਗਲਤੀਆਂ ਮਾਫ ਕਰਨ ਵਾਲੀਆਂ ਸਨ ਜਿਸ ਵਕਤ ਰੌਲੇ ਛੋਟੇ ਸੀ, ਪਰ ਉਸ ਤੋਂ ਬਾਅਦ ਵਿੱਚ ਜੇ ਇਹ ਗਲਤੀਆਂ ਕਰ ਬੈਠਾ, ਜਿਹੜੇ ਸ਼ੂਟਰਾਂ ਨੇ ਸਾਡਾ ਭਰਾਵਾਂ ਨੂੰ ਮਾਰਿਆ, ਇਹਨਾਂ ਦੇ ਫਲੈਟਾਂ ਵਿੱਚ ਰਹਿ ਰਹੇ ਸੀ ਆ ਕੇ, ਫਿਰ ਉਹ ਗਲਤੀਆਂ ਤਾਂ ਮਾਫ ਕਰਨ ਵਾਲੀਆਂ ਨਹੀਂ। ਪਰਮੇਸ਼ ਵਰਮਾ ਤੇ ਕਰਨ ਔਜਲੇ ਨੇ ਉਹ ਗਲਤੀਆਂ ਨਹੀਂ ਕੀਤੀਆਂ। ਕਰਨ ਔਜਲੇ ਦੇ ਘਰੇ ਇਸ ਨੇ ਗੋਲੀਆਂ ਚਲਵਾਈਆਂ। ਉਹ ਸ਼ਰੇਆਮ ਕਹਿੰਦਾ ਅਸੀਂ ਗੋਲੀਆਂ ਚਲਾਈਆਂ। ਉਹਨਾਂ ਨਾਲ ਇਹਦੀ ਯਾਰੀ ਸੀ, ਭਾਵੇਂ ਹੁਣ ਕੋਈ ਮੰਨੇ ਜਾਂ ਨਾ ਮੰਨੇ। ਸਾਰੇ ਅਫਸਰਾਂ ਨੂੰ ਪਤਾ ਹੈ ਇਸ ਬਾਰੇ। ਇਹ ਆਪਣੇ ਬੁਣੇ ਜਾਲ 'ਚ ਫਸ ਗਿਆ, ਇਸ ਲਈ ਇਸ ਨੂੰ ਕਾਂਗਰਸ ਜੁਆਇਨ ਕਰਨੀ ਪਈ। ਸਾਡੇ ਵੀਰਾਂ ਦੇ ਕਤਲ 'ਚ ਇਸ ਦਾ ਨਾਮ ਆ ਗਿਆ। ਇਹ ਗਲਤੀਆਂ ਮਾਫ ਕਰਨ ਵਾਲੀਆਂ ਨਹੀਂ ਸੀ। ਅਸੀਂ ਕੋਈ ਮਸ਼ਹੂਰੀ ਲਈ ਨਹੀਂ ਮਾਰਿਆ। ਜੇ ਮਾਰਨਾ ਹੁੰਦਾ, ਹੋਰ ਬਹੁਤ ਸਿੰਗਰ ਤੁਰੇ ਫਿਰਦੇ ਨੇ ਜਿਨ੍ਹਾਂ ਕੋਲ ਸੁਰੱਖਿਆ ਵੀ ਨਹੀਂ ਹੁੰਦੀ। ਇਸ ਦੇ ਘਰਦਿਆਂ ਨੂੰ ਪਤਾ ਸੀ। ਉਸ ਦਿਨ ਰੋਂਦੇ ਸੀ ਕਿ ਸਾਡਾ ਮੁੰਡਾ ਨਿਰਦੋਸ਼ ਸੀ। ਇਸ ਦੇ ਘਰਦਿਆਂ ਨੂੰ ਕਹੋ ਕਿ ਗੁਰਦੁਆਰੇ ਖੜ ਕੇ ਖਾ ਲੈਣ ਸੋ। ਇਸ ਦੇ ਘਰਦਿਆਂ ਨੂੰ ਪੁੱਛੋ ਕਿ ਜਿਹੜੇ 3 ਮੁੰਡੇ ਅਰਸ਼ ਭੁੱਲਰ, ਮਨਦੀਪ ਧਾਲੀਵਾਲ ਤੇ ਤੀਜਾ ਮੁੰਡਾ ਲੁਧਿਆਣੇ ਦਾ ਜਿਹੜਾ ਵਿੱਕੀ ਮਿੱਡੂ ਖੇੜਾ ਵਾਲੇ ਕੇਸ ਦੇ ਵਿੱਚ ਜੇਲ੍ਹ ਰਹਿ ਕੇ ਆਇਆ, ਉਹ ਤੁਹਾਡੇ ਘਰ ਆਉਂਦੇ ਰਹੇ ਹਨ ਕਿ ਨਹੀਂ? ਸਿੱਧੂ ਦੇ ਨਾਲ ਹੁੰਦੇ ਸੀ ਕਿ ਨਹੀਂ? ਇਹਨਾਂ ਕੋਈ ਅਣਜਾਣ ਨਹੀਂ ਹੁੰਦਾ। 24 ਘੰਟੇ ਸਿੱਧੂ ਦਾ ਪਿਓ ਉਸ ਦੇ ਨਾਲ ਤੁਰਿਆ ਰਹਿੰਦਾ ਸੀ। ਉਸ ਨੂੰ ਵੀ ਪਤਾ ਸੀ ਕਿ ਉਹ ਕੌਣ ਬੰਦੇ ਸੀ, ਤੇ ਜੇਲ੍ਹ ਤੋਂ ਆਉਣ ਤੋਂ ਬਾਅਦ ਚੋਣਾਂ ਵੇਲੇ ਇਹ ਇਸ ਦੇ ਨਾਲ ਰਹੇ ਵੀ ਹਨ। ਇੱਕ ਪਾਸੇ ਸਾਡੇ ਭਰਾਵਾਂ ਦੇ ਕਤਲ ਵਿੱਚ ਇਸ ਦਾ ਨਾਮ ਜੁੜਦਾ ਹੈ, ਤੇ 15 ਦਿਨਾਂ ਬਾਅਦ ਇਹ ਗੀਤ ਕੱਢ ਦਿੰਦਾ ਜਿਸ ਦੇ ਵਿੱਚ ਸਾਨੂੰ ਸਿੱਧਾ ਟੌਂਟ ਮਾਰਦਾ, ਸ਼ਰੇਆਮ ਕਹਿ ਰਿਹਾ ਕਿ ਗੈਂਗਾਂ ਵਾਲੇ ਨਹੀਂ ਕਰਦੇ ਰਸ਼ੀਆ 'ਚ ਰਾਜ। ਇਸ ਨੂੰ ਨਹੀਂ ਸੀ ਪਤਾ ਕਿ ਫੁੱਫੜਾਂ ਨੂੰ ਵੀ ਮਿਲ ਜਾਂਦੀਆਂ ਨੇ। ਇਸ ਦੇ ਅਖੀਰਲੇ ਗੀਤ ਵਿੱਚ ਇਸ ਨੇ ਮਿਡਲ ਫਿੰਗਰ ਲਗਾਈ ਹੋਈ ਸੀ। ਇਹ ਕਿਸ ਨੂੰ ਦਿਖਾ ਰਿਹਾ ਸੀ ਮਿਡਲ ਫਿੰਗਰ? ਇੱਕ ਪਾਸੇ ਖਬਰਾਂ 'ਚ ਨਾਮ ਆ ਰਿਹਾ, ਦੂਜੇ ਪਾਸੇ ਬਾਹਾਂ 'ਤੇ ਟੈਟੂ ਬਣਵਾ ਰਿਹਾ। ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲਿਆ। ਸਾਡੇ ਲਈ ਕੰਮ ਔਖਾ ਸੀ, ਪਰ ਅਸੀਂ ਸਾਰਿਆਂ ਭਰਾਵਾਂ ਨੇ ਮਿਲ ਕੇ ਸਿਰੇ ਚੜ੍ਹਾ ਦਿੱਤਾ। ਅਸੀਂ ਕੋਈ ਨਜਾਇਜ਼ ਨਹੀਂ ਮਾਰਿਆ। ਅਸੀਂ ਨਾਲ ਦੀ ਸੀਟ ਤੇ ਬੈਠੇ ਬੰਦੇ ਨਹੀਂ ਮਾਰੇ, ਸਿਰਫ ਇਸੇ ਕਰਕੇ ਕਿਉਂਕਿ ਕਿਸੇ ਦੇ ਪੁੱਤ ਨਜਾਇਜ਼ ਨਾ ਮਾਰੇ ਜਾਣ। ਪੈਂਟਾ ਕਤਲ ਮਾਮਲਾ। ਪੈਂਟਾ ਦਾ ਕਤਲ ਲਾਰੈਂਸ ਗੈਂਗ ਨੇ ਕਰਵਾਇਆ। ਮਨਪ੍ਰੀਤ ਮਾਨੂ ਮੇਨ ਸ਼ੂਟਰ ਸੀ। ਉਸ ਦਾ ਨਾਮ ਇਸ ਮਾਮਲੇ ਦੇ ਵਿੱਚ ਆ ਰਿਹਾ। ਤੁਸੀਂ ਇੰਨਾ ਤਾਂ ਦੱਸ ਸਕਦੇ ਹੋ ਕਿ ਸ਼ੂਟਰ ਕੌਣ ਸੀ ਤੇ ਹਥਿਆਰ ਕਿਹੜਾ ਵਰਤਿਆ ਗਿਆ? ਸਾਡਾ ਭਰਾ ਹੈ ਮਨਪ੍ਰੀਤ ਮਾਨੂ। ਜਿਹੜਾ ਵੀ ਹਥਿਆਰ ਅਸੀਂ ਵਰਤਿਆ ਇਹ ਸਭ ਨੂੰ ਪਤਾ ਹੈ। ਪੁਲਿਸ ਨੇ ਮਨਪ੍ਰੀਤ ਮਾਨੂ ਦੀ ਭੂਆ ਦੇ ਮੁੰਡੇ ਨੂੰ ਚੁੱਕਿਆ। ਮਨਪ੍ਰੀਤ ਦੇ ਨਾਲ ਵਰਤਦਾ ਵੀ ਨਹੀਂ ਸੀ।
ਉਸ ਨੂੰ ਬਹੁਤ ਕੁੱਟਿਆ ਤੇ ਉਹ ਮਰ ਗਿਆ। 4 ਦਿਨ ਉਸ ਨੂੰ ਫ੍ਰਿਜ ਵਿੱਚ ਰੱਖਿਆ ਤੇ ਜਦੋਂ ਉਸ ਦਾ ਸਰੀਰ ਲੈਣ ਗਏ ਤਾਂ ਪਤਾ ਲੱਗਾ ਕਿ ਉਹ 4 ਦਿਨ ਦਾ ਮਰਿਆ ਪਿਆ ਸੀ। ਕਿੱਕਰ ਸਿੰਘ SHO ਤੇ ਪੰਮੇ ਮੋਗੇ ਵਾਲੇ ਨੇ ਕੁੱਟ-ਕੁੱਟ ਕੇ ਮਾਰਤਾ ਤੇ ਖਬਰਾਂ 'ਚ ਦੇ ਦਿੱਤਾ ਕਿ ਉਸਨੇ ਫਾਹਾ ਲਾ ਲਿਆ। ਹੁਣ ਪੁਲਿਸ ਸਾਡੇ ਨਾਲ ਦੀਆਂ ਧੀਆਂ ਭੈਣਾਂ ਨੂੰ ਘਰੋਂ ਚੁੱਕ ਕੇ ਲੈ ਕੇ ਜਾ ਰਹੀ ਹੈ ਤੇ ਹੁਣ ਤੁਸੀਂ ਹੋਰ ਕੀ ਅੱਤਵਾਦੀ ਬਣਾਉਣੇ ਆ? ਜੇ ਮੇਰੇ ਭਰਾ ਦੇ ਕੇਸ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਸਾਨੂੰ ਉਮੀਦ ਹੁੰਦੀ ਮੇਰੇ ਭਰਾ ਦੇ ਕਤਲ ਤੋਂ ਪਹਿਲਾਂ ਕੋਈ ਮੈਨੂੰ ਕਹਿ ਦੇ ਕਿ ਮੈਂ ਕੋਈ ਗਲਤ ਕੰਮ ਕੀਤਾ ਜਾਂ ਫਿਰੌਤੀ ਮੰਗੀ, ਪਰ ਹਾਂ ਉਸ ਤੋਂ ਬਾਅਦ ਮੰਗੀਆਂ ਫਿਰੌਤੀਆਂ, ਪਰ ਜਿਨ੍ਹਾਂ ਕੋਲੋਂ ਮੰਗੀਆਂ ਉਹ ਡਿਜ਼ਰਵ ਵੀ ਕਰਦੇ ਸੀ। ਪਰ ਜੇ ਪੁਲਿਸ ਇਨਸਾਫ ਨਹੀਂ ਕਰੇਗੀ ਤਾਂ ਅਸੀਂ ਆਪਣਾ ਕੰਮ ਕਰਨਾ ਜਾਣਦੇ ਹਾਂ। 2020 ਤੱਕ ਮੈਂ ਵੀ ਟਰੱਕ ਚਲਾਉਂਦਾ ਰਿਹਾ, ਮੈਂ ਵੀ ਦਿਹਾੜੀ ਕਰਦਾ ਸੀ, ਮੈਂ ਕਦੇ ਗਲਤ ਕੰਮ ਨਹੀਂ ਕੀਤਾ। ਮੇਰਾ ਭਰਾ ਮਾਰਤਾ, ਪੁਲਿਸ ਨੇ ਬਾਂਹ ਨਹੀਂ ਫੜੀ, ਉਸ 'ਤੇ ਇੱਕ ਵੀ ਪਰਚਾ ਨਹੀਂ ਸੀ, ਮੀਡੀਆ ਨੇ ਉਸ ਨੂੰ ਗੈਂਗਸਟਰ ਬਣਾ ਦਿੱਤਾ। ਲਾਰੈਂਸ ਦੇ ਵਕੀਲ ਕਹਿ ਰਹੇ ਹਨ ਕਿ ਲਾਰੈਂਸ ਨਾਲ ਤਸ਼ੱਦਦ ਹੋ ਰਹੀ ਹੈ ਤੇ ਇਸ ਕੇਸ ਵਿੱਚ ਲਾਰੈਂਸ ਦੀ ਕੀ ਭੂਮਿਕਾ ਸੀ ਤੇ ਕੇਕੜੇ ਤੇ ਹਮਲੇ ਨੂੰ ਕਿਸ ਢੰਗ ਨਾਲ ਦੇਖਦੇ ਹੋ? ਕੇਕੜਾ ਤਾਂ ਸਾਨੂੰ ਜਾਣਦਾ ਵੀ ਨਹੀਂ ਸੀ, ਮੇਰੀ ਕਿਸੇ ਮੁੰਡੇ ਨਾਲ ਗੱਲ ਹੁੰਦੀ ਸੀ ਤੇ ਕੇਕੜਾ ਉਸ ਦਾ ਦੋਸਤ ਸੀ। ਲਾਰੈਂਸ ਸਾਡਾ ਭਰਾ ਹੈ, ਅਸੀਂ ਇੱਕ ਦੂਜੇ ਨੂੰ ਉਸ ਵਕਤ ਤੇ ਜਾਣਦੇ ਹਾਂ ਜਦੋਂ ਦਾੜੀ ਮੁੱਛਾਂ ਨਹੀਂ ਸੀ ਹੁੰਦੀਆਂ। ਲਾਰੈਂਸ ਨੂੰ 125 ਕਿੱਲੇ ਜ਼ਮੀਨ ਆਉਂਦੀ ਹੈ। ਲਾਰੈਂਸ ਦੇ ਵਕੀਲ ਕਹਿ ਰਹੇ ਹੈ ਉਸ ਨਾਲ ਕੁੱਟਮਾਰ ਹੋ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਤੁਸੀਂ ਲਾਰੈਂਸ ਨੂੰ ਦਿੱਕਤ ਦੇ ਵਿੱਚ ਖੜਾ ਕਰ ਦਿੱਤਾ? ਧੱਕੇ ਦਾ ਕੋਈ ਹੱਲ ਨਹੀਂ, ਜਿੱਥੇ ਲਾਰੈਂਸ ਸੀ ਉੱਥੇ ਫੋਨ ਨਹੀਂ ਚੱਲ ਸਕਦਾ, ਉੱਥੇ ਜੈਮਰ ਲੱਗੇ ਹੋਏ ਨੇ। ਮੀਡੀਆ ਦੀਆਂ ਅੱਖਾਂ ਚਿੱਟੀਆਂ ਕਰਨ ਲਈ ਇਹ ਸਭ ਕਹਿ ਰਹੇ ਹਨ, ਸਿਆਸੀ ਦਬਾਅ ਬਣਾਉਣ ਲਈ ਕਹਿ ਰਹੇ ਹਨ। ਹੁਣ ਤਾਂ ਉਸ ਦਾ ਫੋਨ ਨਹੀਂ ਸੀ ਚੱਲ ਰਿਹਾ। ਕਈ ਕਹਿ ਰਹੇ ਹਨ ਕਿ ਇਨਕਾਊਂਟਰ ਕਰ ਦਿਆਂਗੇ, ਫਿਰ ਉਸ ਨਾਲ ਕਿਹੜਾ ਚੀਜ਼ਾਂ ਰੁਕ ਜਾਣਗੀਆਂ। ਜਿਸ ਤਨ ਲਾ ਕੇ ਸੋ ਤਨ ਜਾਣੇ। ਲਾਭਿੰਦਰ ਜਿਸ ਦਾ ਗੀਤ ਬਾਦਸ਼ਾਹ ਨਾਲ ਆਇਆ ਸੀ ਵੱਖਰਾ ਸਵੈਗ, ਉਹ ਮੁੰਡੇ ਨੇ ਸਿੱਧੂ ਦੇ ਗੀਤ ਤੇ ਸਨੈਪਚੈਟ ਬਣਾ ਕੇ ਪਾ ਦਿੱਤੀ। ਉਸ ਨੂੰ 15 ਮਿੰਟ ਬਾਅਦ ਸੁਖਪ੍ਰੀਤ ਬੁੱਢੇ ਤੇ ਲੱਕੀ ਦੀ ਕਾਲ ਆ ਗਈ ਕਿ ਤੂੰ ਭਰਾ ਖਿਲਾਫ ਸਨੈਪਚੈਟ ਕਿਉਂ ਬਣਾਈ, ਡਿਲੀਟ ਕਰ ਨਹੀਂ ਤਾਂ ਮਾਰ ਦਿਆਂਗੇ। ਉਸਨੇ ਕਿਹਾ ਮੈਂ ਨਹੀਂ ਕਰਦਾ ਡਿਲੀਟ, 24 ਘੰਟੇ ਬਾਅਦ ਆਪੇ ਡਿਲੀਟ ਹੋ ਜਾਏਗੀ। ਉਸ ਦੇ ਪਿੱਛੇ ਇਹਨਾਂ ਨੇ ਬੰਦੇ ਵੀ ਛੱਡੇ। ਉਹ ਚੰਡੀਗੜ੍ਹ ਟੈਟੂ ਆਰਟਿਸਟ ਕੋਲ ਟੈਟੂ ਬਣਵਾਉਣ ਗਿਆ ਤਾਂ ਉੱਥੇ ਫੋਨ ਕਰਕੇ ਉਸ ਨੂੰ ਧਮਕੀ ਦਿੱਤੀ ਕਿ ਸਾਨੂੰ ਪਤਾ ਤੂੰ ਇੱਥੇ ਬੈਠਾ, ਹਾਲੇ ਵੀ ਅਸੀਂ ਮਾਰ ਸਕਦੇ ਹਾਂ ਤੈਨੂੰ, ਤੂੰ ਮਾਫੀ ਮੰਗ ਲੈ। ਕੀ ਲਾਰੈਂਸ ਨੇ ਤੁਹਾਨੂੰ ਸਿੱਧੂ ਨੂੰ ਮਾਰਨ ਲਈ ਆਰਡਰ ਦਿੱਤਾ ਸੀ? ਆਰਡਰ ਦੇਣ ਦੀ ਕੀ ਜ਼ਰੂਰਤ ਸੀ? ਗੁਰਲਾਲ ਮੇਰਾ ਆਪਣਾ ਖੂਨ ਸੀ, ਵਿੱਕੀ ਤਾਂ ਸਾਡਾ ਭਰਾ ਸੀ, ਅਸੀਂ ਦੁੱਖ ਸੁੱਖ ਦੇ ਸਾਥੀ ਹਾਂ। ਸਭ ਨੂੰ ਪਤਾ ਸੀ ਕਿ ਇਹ ਕੰਮ ਹੋਣਾ ਹੀ ਹੈ। ਸਿੱਧੂ 'ਚ ਕੋਈ ਸਮਾਜਿਕ ਗੁਣ ਨਹੀਂ ਸੀ, ਲੋਕੀ ਇਸ ਦੀਆਂ ਮੜੀਆਂ ਬਣਾ ਕੇ ਮੱਥੇ ਟੇਕ ਰਹੇ ਹਨ। ਮੈਂ ਤਾਂ ਲੋਕਾਂ ਤੇ ਹੈਰਾਨ ਹਾਂ। ਇਸ ਘਟਨਾ ਪਿੱਛੇ ਤੁਹਾਨੂੰ ਪੈਸਾ ਨਾ ਮਿਲਿਆ ਹੋਵੇ, ਇਹ ਹੋ ਹੀ ਨਹੀਂ ਸਕਦਾ। ਜੇ ਕਿਸੇ ਨੇ ਮੈਨੂੰ ਪੈਸੇ ਦਿੱਤੇ ਹੋਣਗੇ ਤਾਂ ਉਹ ਕਿਸੇ ਨਾ ਕਿਸੇ ਦਿਨ ਸਾਹਮਣੇ ਆ ਜਾਵੇਗਾ, ਪਰ ਸਿੱਧੂ ਨੂੰ ਮਾਰਨਾ ਸਾਡਾ ਜਾਤੀ ਮਫਾਦ ਸੀ। ਸਾਡੇ ਭਰਾਵਾਂ ਦੇ ਕਤਲ 'ਚ ਇਸ ਦਾ ਨਾਮ ਬੋਲਦਾ ਰਿਹਾ, ਅਸੀਂ ਸਾਰੀ ਦੁਨੀਆ ਖਿਲਾਫ ਕਰ ਲਈ। ਸਾਡੇ ਭਰਾ ਨਿਰਦੋਸ਼ ਮਾਰੇ ਗਏ। ਮੇਰੇ ਆਪਣੇ ਟਰੱਕ ਸੀ, ਸੋਹਣੀ ਜ਼ਿੰਦਗੀ ਜੀ ਰਿਹਾ ਸੀ। ਮੈਂ ਪੈਸੇ ਕਮਾਉਣ ਖਾਤਰ ਇਹ ਕੰਮ ਨਹੀਂ ਸੀ ਕੀਤਾ। ਸਾਡੇ ਭਰਾਵਾਂ ਦੀ ਰੂਹ ਨੂੰ ਸ਼ਾਂਤੀ ਮਿਲ ਗਈ।